ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਵਿੱਚ ਕਲੀਅਰ ਕੱਟ ਲਿਖਿਆ ਸੀ ਕਿ ਇਹਦੀ ਬਿਕਰਮ ਮਜੀਠੀਆ ਦੀ ਜਿਹੜੀ ਇਨਵੈਸਟੀਗੇਸ਼ਨ ਬਣਦੀ ਹੈ। ਜਿਹੜੀਆਂ ਫੋਰਸਿਸ ਨੂੰ ਧਮਕੀਆਂ ਦਿੱਤੀਆਂ ਜਾਣ ਔਰ ਉਹਨਾਂ ਨੂੰ ਸ਼ਰੇਆਮ ਕਿਹਾ ਜਾਏ ਕਿ ਤੁਹਾਨੂੰ ਦੇਖਿਆ ਜਾਏ, ਇਹਦੇ ਉੱਤੇ ਵੀ ਅਸੀਂ ਐਕਸ਼ਨ ਕਰਾਂਗੇ। ਜੇ ਦੇਖਣਾ ਹੋਮ ਮਿਨਿਸਟਰ ਬੈਠਾ ਸੁਖਜਿੰਦਰ ਸਿੰਘ ਰੰਧਾਵਾ, ਮੈਨੂੰ ਦੇਖਣਾ ਪ੍ਰਕਾਸ਼ ਸਿੰਘ ਬਾਦਲ ਵੀ ਮੇਰੇ ਖਿਆਲ ਕੁਝ ਬੋਲੇ ਨੇ ਅੱਜ। ਉਹ ਕਹਿੰਦੇ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ ਇਹਨਾਂ ਨੂੰ। ਉਹਨਾਂ ਨੂੰ ਗ੍ਰਿਫਤਾਰ ਤੇ ਉਹਨਾਂ ਦੇ ਬੇਟੇ ਨੇ ਤੇ ਉਹਨਾਂ ਦੇ ਨੌਂ ਨੇ ਤੇ ਉਹਨਾਂ ਦੇ ਸਾਲੇ ਦੇ ਮੁੰਡੇ ਦੇ ਸਾਲੇ ਨੇ ਗ੍ਰਿਫਤਾਰ ਕਰਕੇ ਰੱਖਿਆ। ਬਟ ਐਸਜੀਪੀਸੀ ਨੇ ਕਿਹਾ ਕਿ ਸਾਨੂੰ ਸਰਕਾਰ ਤੇ ਵਿਸ਼ਵਾਸ ਨਹੀਂ, ਅਸੀਂ ਆਪਣੀ ਵੱਖਰੀ ਐਸਆਈਟੀ ਬਣਾਵਾਂਗੇ, ਉਹ ਪਹਿਲਾਂ ਕੈਮਰਾ ਜਾਂਚ ਕਰਨਗੇ, ਫਿਰ ਅਸੀਂ ਸਰਕਾਰ ਨੂੰ ਦੇਵਾਂਗੇ। ਬਾਦਲ ਸਾਹਿਬ, ਤੁਸੀਂ 12 ਤੱਕ ਤੁਹਾਡੇ ਹੱਥ 'ਚ ਕਮਾਂਡ ਰਹੀ ਹੈ। ਅਕਾਲੀ ਦਲ ਦੇ ਉੱਤੇ ਨਾ ਗੁੰਡਾਇਜ਼ਮ ਦਾ ਨਾਂ ਲੱਗਾ, ਨਾ ਗੈਂਗਿਜ਼ਮ ਦਾ ਲੱਗਾ, ਨਾ ਨਸ਼ੇ ਦਾ ਲੱਗਾ, ਨਾ ਮਾਫੀਆ ਲੱਗਾ, ਨਾ ਰੇਤਾ, ਨਾ ਟਰਾਂਸਪੋਰਟ। ਤੇ ਜੋ ਆਦਮੀ ਗੁਰੂ ਦਾ ਕਹੇ ਕਿ ਮੈਂ ਸੱਚਾ ਸਿੱਖ ਹਾਂ ਤੇ ਕਸਮ ਖਾ ਕੇ ਕੁਛ ਨਾ ਕਰੇ, ਉਹ ਮੇਰੇ ਖਿਆਲ ਚੈਪਟਰ ਕਲੋਜ਼ ਕਰ ਦੇਣਾ ਚਾਹੀਦਾ ਕੈਪਟਨ ਸਾਹਿਬ ਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ MP ਸਿੰਘ ਹੈ। ਮੈਂ ਲੁਧਿਆਣੇ ਦੇ ਨਿਊ ਮਾਡਲ ਟਾਊਨ ਏਰੀਏ 'ਚ ਰਹਿਣ ਵਾਲਾ ਹਾਂ। ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਿਜਲੀ ਜਿਹੜੀ ਆ ਥਰਮਲ ਪਲਾਂਟਾਂ ਤੋਂ ਖਰੀਦੀ ਜਾਂਦੀ ਸੀ, ਜਿਹੜੇ ਕਿ ਕੋਲੇ ਦੇ ਨਾਲ ਚੱਲਦੇ ਆ ਤੇ ਜਿਹੜੀ ਕਿ ਕੋਸਟ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਸੀ। ਪੰਜਾਬ ਸਰਕਾਰ ਨੇ 500 MBB ਬਿਜਲੀ ਦੇ ਸਮਝੌਤੇ ਕੀਤੇ ਆ। ਹੁਣ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ, ਸੋਲਰ ਸਿਸਟਮ ਵਾਲੀ ਬਿਜਲੀ ਖਰੀਦੀ ਹੈ 2 ਰੁਪਏ 38 ਪੈਸੇ ਦੇ ਹਿਸਾਬ ਨਾਲ। ਰਾਜ ਵਿੱਚ ਸਭ ਤੋਂ ਘੱਟ ਦਰਾਂ ਦੇ 250 ਮੈਗਾਵਾਟ ਸੋਲਰ ਊਰਜਾ ਦੀ ਖਰੀਦ 2 ਰੁਪਏ 33 ਪੈਸੇ ਤੋਂ 2 ਰੁਪਏ 34 ਪੈਸੇ ਪ੍ਰਤੀ ਯੂਨਿਟ ਕੀਤੀ। ਬੜਾ ਰੌਲਾ ਪਿਆ ਹੋਇਆ ਸੀ ਬਿਜਲੀ ਸਮਝੌਤੇ ਰੱਦ ਨਹੀਂ ਹੁੰਦੇ, ਕਰਦਾ ਨਹੀਂ ਹੈ ਕੋਈ। ਪਿਛਲੀ ਸਰਕਾਰ ਨੇ 4.5 ਸਾਲ ਆ ਤੇ ਸਾਡੀ ਨਹੀਂ। ਐਸੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਬਿਜਲੀ ਦੇ ਸਮਝੌਤੇ ਰੱਦ ਕਰ ਦਿੱਤੇ। ਪਹਿਲਾਂ ਇਹ ਥਰਮਲ ਪਲਾਂਟਾਂ ਤੋਂ ਪੰਜਾਬ ਸਰਕਾਰ ਬਿਜਲੀ ਖਰੀਦਦੀ ਸੀਗੀ, ਜੋ ਕਿ ਇਹਨਾਂ ਨੂੰ ਮਹਿੰਗੀ ਵੀ ਬਹੁਤ ਪੈਂਦੀ ਸੀ ਤੇ ਪੋਲੂਸ਼ਨ ਵੀ ਬਹੁਤ ਫੈਲਦਾ ਸੀ ਤੇ ਅੱਗੇ ਪਬਲਿਕ ਨੂੰ ਵੀ ਬਹੁਤ ਮਹਿੰਗੀ ਮਿਲਦੀ ਸੀ। ਆਉਣ ਵਾਲੇ ਸਮੇਂ ਤੱਕ ਜਿਹੜਾ ਵਾਤਾਵਰਨ ਆ ਉਹ ਵੀ ਸਾਫ਼ ਰਹੂਗਾ, ਪ੍ਰਦੂਸ਼ਣ ਘੱਟ ਰਹੂਗਾ ਤੇ ਬਹੁਤ ਸਸਤੀ ਬਿਜਲੀ ਜਿਹੜੀ 2 ਰੁਪਏ 38 ਪੈਸੇ ਦੇ ਹਿਸਾਬ ਨਾਲ ਜਿਹੜੀ ਸਰਕਾਰ ਖਰੀਦ ਰਹੀ ਆ, ਇਹਦਾ ਪਬਲਿਕ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਊਗਾ। ਐਤਕੀ ਦੇਖੋ ਮੇਰੇ ਘਰ ਦਾ ਬਿੱਲ ਆ ਤਕਰੀਬਨ ਅੱਗੇ 3000-4000 ਆਉਂਦਾ ਸੀ, ਐਤਕੀ ਸਿਰਫ 400 ਰੁਪਇਆ ਬਿੱਲ ਆਇਆ। ਮੈਂ ਬੀਇੰਗ ਇੱਕ ਵਸਨੀਕ ਪੰਜਾਬ ਦਾ, ਮੈਂ ਪੰਜਾਬ ਗਵਰਨਮੈਂਟ ਤੋਂ ਬਹੁਤ ਖੁਸ਼ ਹਾਂ। ਅਗਰ ਕਾਨੂੰਨ ਕਹੇਗਾ ਕਿ ਇਨਕੁਆਇਰੀ ਕਰਨੀ ਹੈ, ਕੋਰਟਸ ਕਹਿਣਗੇ ਇਨਕੁਆਇਰੀ ਹੋਣੀ ਚਾਹੀਦੀ, ਇਨਕੁਆਇਰੀ ਹੋਏਗੀ। ਦਿੱਲੀ 'ਚ ਨਸ਼ਾ ਹੈ ਨਹੀਂ, ਉਹਨਾਂ ਪੁੱਛੋ ਕਿੰਨਾ ਨਸ਼ਾ ਕਿੱਥੋਂ ਆਉਂਦਾ ਦਿੱਲੀ 'ਚ? ਪੰਜਾਬ ਤੋਂ ਜਾਂਦਾ। ਕੇਜਰੀਵਾਲ ਦਵੇ ਜਵਾਬ। ਕਿੱਥੇ ਚਲਾ ਗਿਆ ਟੌਰੇ ਦਾ ਪਰਿਵਾਰ? ਕਿੱਥੇ ਚਲੇ ਗਿਆ ਮੋਹਨ ਸਿੰਘ ਤੋੜੋ ਨੇ? ਕਿੱਥੇ ਗਏ ਨੇ ਮਾਸਟਰ ਤਾਰਾ ਸਿੰਘ ਦਾ ਪਰਿਵਾਰ? ਇਹਨਾਂ ਨੇ ਉੱਠਣ ਨਹੀਂ ਦਿੱਤਾ। ਕਿੱਥੇ ਗਿਆ ਗਿਆਨੀ ਕਰਤਾਰ ਸਿੰਘ ਦਾ? ਕਦੀ ਇਹਨਾਂ ਨੇ ਜਨਮ ਦੇ ਨਾਂ ਹੀ ਨਹੀਂ, ਜਿਹਨੂੰ ਸਿੱਖੀ ਦਾ ਬ੍ਰੇਨ ਕਿਹਾ ਜਾਂਦਾ। ਲਿੰਚਿੰਗ ਹੋਣੀ ਜਾਂ ਕਿਸੇ ਨੂੰ ਮਾਰ ਦੇਣਾ ਇੱਕ ਐਵੀਡੈਂਸ ਖਤਮ ਹੋ ਗਈ। ਜੇ ਉਹ ਬੰਦਾ ਜਿੰਦਾ ਰਹਿੰਦਾ ਬਹੁਤ ਦੂਰ ਤੱਕ ਪਹੁੰਚਿਆ ਜਾਣਾ ਸੀ। ਅੱਜ ਅਸੀਂ ਦੇਖਿਆ ਕਿਸਾਨੀ ਸੰਘਰਸ਼ ਨਾਲ ਦਸਤਾਰ ਦੀ ਸ਼ਾਨ ਵੱਧ ਰਹੀ ਸੀ। ਇਹੋ ਜਿਹੀਆਂ ਚੀਜ਼ਾਂ ਨਾਲ ਉਹ ਉੱਤੇ ਫਿਰ ਦਾਗ ਪੈ ਜਾਂਦੇ ਨੇ। ਮੈਂ ਜਿਸ ਵੇਲੇ ਵੀ ਹਾਈ ਕਮਾਂਡ ਕਹੇਗੀ ਮੈਂ ਰਿਜ਼ਾਈਨ ਕਰਨ ਨੂੰ ਤਿਆਰ ਹਾਂ ਔਰ ਆਪਣਾ ਉਹਦਾ ਸਿੱਧੂ ਸਾਹਿਬ ਨੂੰ ਦੇਣ ਨੂੰ ਵੀ ਤਿਆਰ ਹਾਂ। ਕਾਂਗਰਸ ਇਹ ਹਾਲ ਹੋ ਗਿਆ, ਜਾਨਾ ਸੋਢੀ ਭਾਜਪਾ ਜੁਆਇਨ ਕਰ ਗਿਆ। ਉਹਨਾਂ ਨੇ ਕਿਹਾ ਅੰਦਰ ਫਾਈਟਿੰਗ ਬੜੀ ਹੈ। ਚਿੱਟਾ ਵੇਚਣ ਵਾਲੇ ਲੈ ਕੇ ਆਉਣਗੇ ਪੰਜਾਬ ਦੇ ਲੋਕ, ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਲੈ ਕੇ ਆਉਣਗੇ। ਸੋ ਇਹਦੇ ਵਿੱਚ ਤੁਹਾਡੇ ਵੱਲੋਂ ਕੋਈ ਲੱਗਦਾ ਨਹੀਂ ਕੋਈ ਕਮਜ਼ੋਰੀ ਹੈਗੀ ਹੈ ਜਾਂ? ਬਿਲਕੁਲ ਕੋਈ ਕਮਜ਼ੋਰੀ ਨਹੀਂ। ਨਾ ਚੰਨੀ ਸਾਹਿਬ ਵੱਲੋਂ ਕਮਜ਼ੋਰੀ ਆ, ਨਾ ਸਾਡੇ ਵੱਲੋਂ ਕਮਜ਼ੋਰੀ ਆ, ਨਾ ਪੁਲਿਸ ਡਿਪਾਰਟਮੈਂਟ ਵੱਲੋਂ ਕਮਜ਼ੋਰੀ। ਉਹਦੇ 'ਚ ਉਹਨਾਂ ਨੇ ਕਿਤੇ ਵੀ ਨਹੀਂ ਸੀ ਕਿਹਾ ਕਿ ਗੁਰੂ ਸਾਹਿਬ ਦੇ ਉੱਧਰ ਨੂੰ ਕਮਰੇ 'ਚ ਜਾ ਕੇ ਕੋਈ ਬੇਅਦਬੀ ਦੀ ਗੱਲ ਹੋਈ ਆ। ਔਰ ਉੱਥੇ ਇਹ ਕਿਹਾ ਕਿ ਇਹ ਬੰਦਾ ਕਿਚਨ ਦੇ ਵਿੱਚ ਰੋਟੀ ਬੈਠਾ ਖਾ ਰਿਹਾ ਸੀ, ਚਾਹ ਬਣਾ ਕੇ ਬੈਠਾ ਸੀ। ਕੇਜਰੀਵਾਲ ਤੇ ਪਹਿਲੇ ਦੇਣੀ ਪੈਰਾਂ 'ਚ ਡਿੱਗ ਪਿਆ, ਜਿਹਨੇ ਕਿਹਾ ਜੀ ਮਜੀਠੀਆ ਚੁਣ ਲੈ ਤੇਰੇ ਕੋ ਮੈਂ ਅੰਦਰ ਦੂੰਗਾ। ਅੰਦਰ ਦੇਣ ਦੀ ਬਜਾਏ ਕੇਜਰੀਵਾਲ ਆਪ ਪੈਰਾਂ 'ਚ ਡਿੱਗਾ। ਅੱਜ 100 ਸਾਲ ਦੇ ਬਾਅਦ ਅਕਾਲੀ ਦਲ ਨੂੰ ਇੰਨੀ ਕਦੀ ਨਮੋਸ਼ੀ ਨਹੀਂ ਦੇਖਣੀ ਪਈ। ਅੱਜ ਅਕਾਲੀ ਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਇਸ ਉਮਰ ਦੇ ਵਿੱਚ ਬੋਲਣਾ ਪੈ ਰਿਹਾ। ਪਰ ਬਾਦਲ ਸਾਹਿਬ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਇਹ ਗੱਲਾਂ ਕਿਉਂ ਆਈਆਂ। ਇਸ ਕਰਕੇ ਆਈਆਂ ਕਿ ਪ੍ਰਕਾਸ਼ ਸਿੰਘ ਬਾਦਲ ਧ੍ਰਿਤਰਾਸ਼ਟਰ ਬਣ ਗਏ। ਇਕੱਲਾ ਅਕਾਲੀ ਦਲ ਹੀ ਸੱਚਾ ਹੋ ਗਿਆ। ਸਰਦਾਰ ਅਜੀਤ ਸਿੰਘ ਬੈਂਸ ਦੀ ਕੋਈ ਸਿੱਖ ਕੌਮ ਨੂੰ ਦੇਣ ਨਹੀਂ, ਨਵਕਰਨ ਹੋਣੇ ਦੀ ਕੋਈ ਸਿੱਖ ਕੌਮ ਨੂੰ ਦੇਣ ਨਹੀਂ। ਪੰਜਾਬ ਵਿੱਚ ਅੱਜ ਵੀ ਨਸ਼ਾ ਵਿਕਦਾ ਹੈ। ਤੁਸੀਂ ਬੜੀ ਕੋਸ਼ਿਸ਼ ਕਰਦੇ ਹੋ। ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ। ਅੱਜ ਵੀ ਵਿਕਦਾ, ਪਾਕਿਸਤਾਨ ਤੋਂ ਵੀ ਆਉਂਦਾ। ਜਿਹੜੇ ਅੰਦਰ ਇੰਨੇ ਉਹਨਾਂ ਨੇ ਟਾਸਕ ਫੋਰਸ ਦੇ ਬੰਦੇ ਲਾਏ ਨੇ
ਇੰਨੇ ਅੰਦਰ ਕੈਮਰੇ ਲੱਗੇ ਨੇ ਤੇ ਇਹਦਾ ਮਤਲਬ ਮੋਨੀਟਰਿੰਗ ਕਰਦੇ ਹੀ ਨਹੀਂ ਕਿ ਉੱਥੇ ਦੇਖਦੇ ਨਹੀਂ, ਅੰਦਰ ਬੈਠੇ ਨਹੀਂ ਵੇਖ ਕੇ ਦੇਖਦੇ। 4 ਸਾਲ ਤੋਂ ਰੌਲੀ ਪੈ ਰਹੀ ਹੈ ਕਿ ਡਰੋਨ ਜਿਹੜੇ ਆ ਰਹੇ ਨੇ ਤੇ ਇੰਡੀਅਨ ਗਵਰਨਮੈਂਟ ਨੇ ਧਿਆਨ ਹੀ ਨਹੀਂ ਕੀਤਾ ਅਜੇ ਤੱਕ ਕਿ ਅਸੀਂ ਇਹੋ ਜਿਹੇ ਕੋਈ ਸਿਸਟਮ ਲੈ ਕੇ ਆਈਏ ਇਹਨਾਂ ਇਮੀਡੀਏਟਲੀ ਉਹਨੂੰ ਆਪਾਂ ਉੱਥੇ ਦਾ ਉੱਥੇ ਹੀ ਸੁੱਟ ਲਿਆ ਜਾਏ। ਕਿੰਨਾ ਖਰਚ ਹੁੰਦਾ। ਕਿੰਨੇ ਸਾਲਾਂ ਤੋਂ ਇੱਕ ਐਸਟੀਐਫ ਦੀ ਰਿਪੋਰਟ ਦਾ ਲਿਫਾਫਾ ਤੇ ਉਸ ਤੇ ਐਕਸ਼ਨ ਦੀ ਉਡੀਕ ਹੋ ਰਹੀ ਸੀ ਤੇ ਅੱਜ ਜਦ ਐਕਸ਼ਨ ਹੋਇਆ ਹੈ ਤੇ ਕਿੰਤੂ ਪ੍ਰੰਤੂ ਸ਼ੁਰੂ ਹੋ ਗਏ ਹੈ। ਉਹਨਾਂ ਚੀਜ਼ਾਂ 'ਤੇ ਸਵਾਲ ਕਰਨ ਅਸੀਂ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਰੰਧਾਵਾ ਨਾਲ ਬੈਠੇ ਹਾਂ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਜਿਹੜਾ ਅੱਜ ਐਕਸ਼ਨ ਲਿਆ ਗਿਆ ਹੈ ਉਹ ਕਾਫੀ ਦੇਰ ਤੋਂ ਇਸ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਜਿਹੜੀਆਂ ਤੁਸੀਂ ਧਾਰਾਵਾਂ ਲਾਈਆਂ ਹੈਗੀਆਂ ਉਹ ਕਾਫੀ ਸੰਗੀਨ ਨੇ। ਸੋ ਇਹ ਸਾਰਾ ਇੰਨੀ ਜਲਦੀ ਕਿਸ ਤਰ੍ਹਾਂ ਉਹ ਨਿਪਟਿਆ? ਮੈਂ ਜਲਦੀ ਨਹੀਂ ਮੈਂ ਕਹਿ ਸਕਦਾ ਕਿ ਬਹੁਤ ਲੇਟ ਹੋਇਆ, ਪਰ ਚਲੋ ਕਹਿੰਦੇ ਦੇਰ ਆਏ ਦਰੁਸਤ ਆਏ। ਇਹ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਹ ਪਰ ਤੁਹਾਡੇ ਕਾਰਜਕਾਲ ਵਿੱਚ ਔਰ ਇੱਕ ਡੀਜੀਪੀ ਦੇ ਲਾਏ ਜਾਣ ਤੋਂ ਬਾਅਦ ਦੂਜੇ ਡੀਜੀਪੀ ਸੋ ਉਹਨਾਂ ਇਹ ਡੀਜੀਪੀ ਦੇ ਨਾਲ ਇਹਦਾ ਕੋਈ ਕਨੈਕਸ਼ਨ ਨਹੀਂਗਾ। ਕੋਰਟ 'ਚ ਅਸੀਂ ਗਏ ਸੀ, ਤੁਹਾਨੂੰ ਪਤਾ ਹੀ ਹੈ ਕਿ ਜਿਸ ਦਿਨ ਪਹਿਲੇ ਦਿਨ ਅਸੀਂ ਗਏ ਹਾਂ ਅਸੀਂ ਦਿੱਲੀ ਤੋਂ ਇੱਕ ਐਡਵੋਕੇਟ ਹਾਇਰ ਕੀਤੇ ਕਿ ਇੱਥੇ ਆਣ ਕੇ ਜਿਹੜੀ ਲੋਕਾਂ ਦੀ ਪਰਸੈਪਸ਼ਨ ਹੈ ਕਿ ਉਹ ਕਹਿੰਦੇ ਨੇ ਕਿ ਕਿਉਂ ਨਹੀਂ ਇਹ ਕੇਸ ਖੋਲ੍ਹੇ ਜਾ ਰਹੇ, ਕੌਣ ਇਹਨਾਂ ਕੇਸਾਂ ਦੇ ਉੱਪਰ ਬੈਠਾ। ਸਾਨੂੰ ਇਹ ਜਵਾਬ ਦੇਣੇ ਬਹੁਤ ਔਖੇ ਸੀਗੇ, ਟਾਈਮ ਟੂ ਟਾਈਮ ਬੋਲਦੇ ਵੀ ਰਹੇ ਹਾਂ ਔਰ ਹੁਣ ਲੋਕ ਜ਼ਿਆਦਾ ਵੋਕਲ ਹੋ ਗਏ ਸੀ ਕਿ ਬਿਲਕੁਲ ਤੁਸੀਂ ਰਲੇ ਹੋ। ਕੋਰਟ 'ਚ ਜਾ ਕੇ ਉਹਨਾਂ ਨੂੰ ਕਿਹਾ ਕਿ ਜਿਸ ਵੇਲੇ ਮੇਰੇ ਕੋਲ ਵੀ ਡਿਪਾਰਟਮੈਂਟ ਨਹੀਂ ਸੀ ਉਸ ਵੇਲੇ ਇਹੀ ਸਾਨੂੰ ਕਿਹਾ ਗਿਆ ਕਿ ਕੋਰਟ ਨੇ ਇਹ ਪਾਬੰਦੀ ਲਾਈ ਹੈ ਕਿ ਤੁਸੀਂ ਇਹਦੇ 'ਤੇ ਕੋਈ ਇਨਕੁਆਇਰੀ ਨਹੀਂ ਕਰ ਸਕਦੇ। ਜਿਸ ਵੇਲੇ ਕੋਰਟ ਦੇ ਵਿੱਚ ਕੇਸ ਲਾਏ ਗਏ ਕੋਰਟ ਨੇ ਪਹਿਲੇ ਦਿਨ ਹੀ ਸਾਨੂੰ ਕਹਿ ਦਿੱਤਾ ਕਿ ਤੁਹਾਨੂੰ ਰੋਕਿਆ ਕਿ ਨਹੀਂ ਇਨਵੈਸਟੀਗੇਸ਼ਨ ਤੋਂ। ਜਿਹੜੀ ਰਿਪੋਰਟ ਪੇਸ਼ ਹੋਈ ਆ ਉਹਦੇ 'ਤੇ ਜ਼ਰੂਰ ਅਸੀਂ ਐਕਸ਼ਨ ਜਾਂ ਕੀ ਕਰਨਾ, ਪਰ ਇਨਵੈਸਟੀਗੇਸ਼ਨ ਕਰਨਾ, ਕੇਸ ਰਜਿਸਟਰ ਕਰਨਾ ਤੁਹਾਨੂੰ ਕਦੇ ਵੀ ਕਿਸੇ ਨੇ ਨਹੀਂ ਰੋਕਿਆ। ਜਿਹੜੇ ਹੁਣ ਲਾਸਟ ਸੋ ਇਹ ਜਦ ਤੁਹਾਨੂੰ ਇਹ ਕਲੈਰਿਟੀ ਮਿਲੀ ਤੁਸੀਂ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੁਣ ਕੀਤੀ ਹੈ? ਨਹੀਂ, ਸਾਨੂੰ ਜਿਸ ਵੇਲੇ ਜਿਹੜੀ ਲਾਸਟ ਹੈ 10-15 ਦਿਨ ਪਹਿਲਾਂ ਜਾਂ 20 ਦਿਨ ਪਹਿਲਾਂ ਜਿਹੜੀ ਚੱਲੀ ਆ ਇਹ ਕੋਰਟ ਦੇ ਵਿੱਚੋਂ ਜਿਹੜਾ ਡਿਸੀਜਨ ਆਇਆ ਉਹਦੇ 'ਚ ਬਿਲਕੁਲ ਉਹਨਾਂ ਕਲੀਅਰ ਕੱਟ ਗਿਆ ਕਿ ਸਰਕਾਰ ਸੁੱਤੀ ਪਈ ਹੈ। ਤੁਹਾਨੂੰ ਤੁਸੀਂ ਵੀ ਪੜ੍ਹਿਆ ਸਾਰੇ, ਤੇ ਉਹਦੇ 'ਚ ਫਿਰ ਅਸੀਂ ਇਨਵੈਸਟੀਗੇਸ਼ਨ ਹੋਰ ਤੇਜ਼ ਕੀਤੀ ਕਿ ਜਦੋਂ ਕੋਰਟ ਵੱਲੋਂ ਕੋਈ ਨਹੀਂ ਇਹ ਕਿੱਥੇ ਕੋਈ ਜਿਹੜੀ ਉਹਦੇ 'ਚੋਂ ਅਸੀਂ ਇਹਦਾ ਕਰਕੇ ਔਰ BOI ਨੇ ਜਿਹੜੇ ਉਸ ਟਾਈਮ ਦੀ ਸਾਡੇ ਹੋਮ ਸੈਕਟਰੀ ਸੀਗੀ ਜਾਂ DGP ਸੀ ਉਹਨਾਂ ਨੇ ਵੀ ਇਹ ਕਿਹਾ ਸੀ ਕਿ BOI ਤੋਂ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਵੇ ਔਰ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਵਿੱਚ ਕਲੀਅਰ ਕੱਟ ਲਿਖਿਆ ਸੀ ਕਿ ਇਹਦੀ ਬਿਕਰਮ ਮਜੀਠੀਆ ਦੀ ਜਿਹੜੀ ਇਨਵੈਸਟੀਗੇਸ਼ਨ ਬਣਦੀ ਆ। ਜੇ ਰਿਪੋਰਟ 'ਚ ਵੀ ਕਹਿੰਦੇ ਹਾਈ ਕੋਰਟ 'ਚ ਸਬਮਿਟ ਵੀ ਕੀਤੀ ਤੇ ਫਿਰ ਇਨਵੈਸਟੀਗੇਸ਼ਨ ਕਿਹਦੀ ਕਰਨੀ ਹੈ? ਜਿਹਦਾ ਬਾਈ ਨੇਮ ਵਿੱਚ ਹੈ ਜਾਂ ED ਵੱਲੋਂ ਜਾਂ ਇੱਧਰੋਂ ਜਾਂ ਹੋਰ ਨਾ ਲੋਕਾਂ ਦੀ ਜਾਂ ਪਿੰਡ ਦੀ ਸੱਤਾ ਜਾਂ ਹੋਰ ਕੋਈ ਉੱਥੋਂ ਜਿਹੜੇ ਬਾਹਰੋਂ ਆਉਂਦੇ ਰਹੇ ਨੇ ਬੰਦੇ ਜਾਂ ਚਹਿਲ ਆਪਣਾ ਜਿਹੜਾ ਪਹਿਲਵਾਨ ਸੀਗਾ ਭੋਲਾ ਪਹਿਲਵਾਨ, ਇਹਨਾਂ ਸਾਰਿਆਂ ਦੀ ਜਿਹੜੀਆਂ ਸਰਕਮਸਟੈਂਸਿਸ ਨੇ ਉਹਨਾਂ ਨੂੰ ਦੇਖ ਕੇ ਜਿਸ ਬੰਦੇ 'ਤੇ ਉਂਗਲ ਖੜੀ ਹੁੰਦੀ ਆ। ਮੈਂ ਹੁਣੇ ਸੁਣ ਰਿਹਾ ਸੀਗਾ ਕਿਸੇ ਚੈਨਲ 'ਤੇ ਉੱਥੇ BJP ਦੇ ਸ਼ਿਕਾਵਤ ਸਾਹਿਬ ਵੀ ਬੋਲ ਰਹੇ ਨੇ कि कहते कि जिसका नाम पर ही नशे का नाम चलता था और सरकार ने बहुत लेट करके पंजाब सरकार ने किया है, तो मेरा ख्याल है कि जे बीजेपी वर्गी बीजेपी जी अज साडी मुख विरोधी पार्टी मैं कह सकदा जी इन्हां दे नाल सी कि अकाली दल दे नाल जी उन्हां दे पंजाब दे इंचार्ज ये गल करदे ने तो बड़ी वड्डी गल है कि असीं जिहड़ा कीता असीं ठीक कीता। और दूसरी चीज़ मैं कहनी चाहुंदा सर पर किन्ना मिलावटी जिवें सारे कहंदे सियासत में नहीं मिलावटी, एक पासे वो कह रहे हैं जो मेरा पुराना भाईवाल है ਉਹਦਾ ਜਿਹੜਾ ਇਨਾਮ ਆਣਾ ਉਹ ਮਾੜੀ ਗੱਲ ਹੈ, ਪਰ ਦੂਜੇ ਪਾਸੇ ਜਿਹੜੇ ਤੇ ਤੁਸੀਂ ਇਲਜ਼ਾਮ ਲਾਉਂਦੇ ਹੋ ਕਿ ਤੁਹਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਹੁਣ ਉਹਨਾਂ ਦੇ ਅਗਲੇ ਭਾਈਵਾਲ ਹੋਣ ਵਾਲੇ ਹੈ। ਸੋ ਮੈਂ ਇਹਦੇ ਤੇ ਦੇਖੋ ਕੈਪਟਨ ਸਾਹਿਬ ਦੇ ਉੱਤੇ ਇੱਕ ਚੀਜ਼ ਦੀ ਤੇ ਉਹਨਾਂ ਦੀ ਇੰਟੈਗ੍ਰਿਟੀ ਡਾਊਟਫੁਲ ਹੋ ਗਈ ਕਿ ਜੋ ਆਦਮੀ ਗੁਰੂ ਦਾ ਕਹੇ ਕਿ ਮੈਂ ਸੱਚਾ ਸਿੱਖ ਹਾਂ ਤੇ ਕਸਮ ਖਾ ਕੇ ਕੁਛ ਨਾ ਕਰੇ, ਉਹ ਮੇਰੇ ਖਿਆਲ ਚੈਪਟਰ ਕਲੋਜ਼ ਕਰ ਦੇਣਾ ਚਾਹੀਦਾ ਕੈਪਟਨ ਸਾਹਿਬ ਦਾ ਕਿ ਆਪਾਂ ਬਹੁਤ ਜ਼ਿਆਦਾ ਉਹਨਾਂ ਦੇ ਨਾਂ ਲਵਾਂਗੇ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਉਹਨਾਂ ਦੇ ਨਾਲ ਵੀ ਰਹੇ ਹਾਂ, ਉਹਨਾਂ ਦੇ ਨਾਲ ਲੜਦੇ ਵੀ ਰਹੇ ਹਾਂ ਕਿ ਇਹਨਾਂ ਤੋਂ ਆਪਾਂ ਅੱਗੇ ਕੇਸ ਲੈ ਕੇ ਜਾਈਏ। ਪਰ ਜੋ ਕੈਪਟਨ ਸਾਹਿਬ ਦਾ ਪਤਾ ਨਹੀਂ ਕੀ ਮਜਬੂਰੀ ਸੀ, ਮੈਂ ਉਹਦੇ 'ਤੇ ਬਹੁਤੀ ਡਿਟੇਲ ਗੱਲ ਨੂੰ ਕਰਨਾ ਨਹੀਂ ਚਾਹੁੰਦਾ। ਕਈ ਵਾਰ ਮਜਬੂਰੀ ਦੇ ਵਿੱਚ ਬੰਦਾ ਇਸ ਉਮਰ ਦੇ ਵਿੱਚ ਬਹੁਤ ਵੱਡੀਆਂ ਮਜਬੂਰੀਆਂ ਹੁੰਦੀਆਂ ਨੇ। ਪਰ ਜਿਹੜੀ ਸਾਡੀ ਗਵਰਨਮੈਂਟ ਨੇ ਚੰਨੀ ਸਾਹਿਬ ਨੇ ਤੇ ਜਾਂ ਅਸੀਂ ਆ ਕੇ ਪੂਰਾ ਜੋ ਦੇਖਿਆ ਇਹਦੇ 'ਚ ਮੈਂ ਇੱਕ ਚੀਜ਼ ਤੇ ਪਬਲਿਕ ਨੂੰ
ਲੋਕਾਂ ਨੂੰ ਕਲੀਅਰ ਕਰ ਦੇਣੀ ਚਾਹੁੰਦਾ ਕਿ ਕਾਨੂੰਨ ਤੋਂ ਉੱਪਰ ਕੁਛ ਨਹੀਂ। ਅਗਰ ਕਾਨੂੰਨ ਕਹੇਗਾ ਕਿ ਇਨਕੁਆਇਰੀ ਕਰਨੀ ਹੈ, ਕੋਰਟਸ ਕਹਿਣਗੇ ਇਨਕੁਆਇਰੀ ਹੋਣੀ ਚਾਹੀਦੀ, ਇਨਕੁਆਇਰੀ ਹੋਏਗੀ। ਜੇ ਕੋਰਟ ਨਹੀਂ ਕਹਿੰਦੀ ਬਿਲਕੁਲ ਨਹੀਂ ਹੋਏਗੀ। ਤੇ ਮੈਂ ਜੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੋਇਆ ਉਹ ਮੇਰੇ ਡਿਪਾਰਟਮੈਂਟ ਨੇ ਕੀਤਾ। ਪਰ ਇੱਕ ਅਫਸੋਸ ਦੀ ਗੱਲ ਆ ਕਿ ਜਿਸ ਵੇਲੇ ਜਿਹੜੀਆਂ ਫੋਰਸਿਸ ਨੂੰ ਧਮਕੀਆਂ ਦਿੱਤੀਆਂ ਜਾਣ ਔਰ ਉਹਨਾਂ ਨੂੰ ਸ਼ਰੇਆਮ ਕਿਹਾ ਜਾਏ ਕਿ ਤੁਹਾਨੂੰ ਦੇਖਿਆ ਜਾਏ, ਇਹਦੇ ਉੱਤੇ ਵੀ ਅਸੀਂ ਐਕਸ਼ਨ ਕਰਾਂਗੇ। ਜੇ ਦੇਖਣਾ, ਹੋਮ ਮਿਨਿਸਟਰ ਬੈਠਾ ਸੁਖਜਿੰਦਰ ਸਿੰਘ ਰੰਧਾਵਾ, ਮੈਨੂੰ ਦੇਖਣ, ਮੇਰੀ ਫੋਰਸ ਜਿਹੜੀ ਆ। ਉਹਨਾਂ ਨੇ ਤਾਂ ਅੱਜ ਕਿਹਾ ਤਾਂ ਕਿ ਵੀ ਜਿਹੜੇ ਮੰਤਰੀ ਜਿਹੜੇ ਅਫਸਰ ਆ ਅਸੀਂ ਉਹਨਾਂ ਨੂੰ ਸਭ ਨੂੰ ਬਰਖਾਸਤ ਕਰਾਂਗੇ, ਮੰਤਰੀਆਂ ਨੂੰ ਸਭ ਨੂੰ ਸਬਕ ਸਿਖਾਵਾਂਗੇ। ਸੋ ਇਹ ਬੜਾ ਕਲੀਅਰ ਹੁਣ ਕੀ ਪੰਜਾਬ ਜੇ ਪੁਲਿਸ ਇਹ ਪਹਿਲੀ ਗੱਲ ਤੇ ਪਾਵਰ 'ਚ ਆਉਣਗੇ ਤੇ ਤਾਂ ਹੀ ਕਹਿਣਗੇ। ਚਿੱਟਾ ਵੇਚਣ ਵਾਲੇ ਲੈ ਕੇ ਆਉਣਗੇ ਪੰਜਾਬ ਦੇ ਲੋਕ, ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਲੈ ਕੇ ਆਉਣਗੇ ਜਿੱਥੇ ਖੜੇ ਹੋ ਗਏ ਨੇ। ਮੈਂ ਤੇ ਅੱਜ ਵੀ ਕਿਹਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਮੇਰੇ ਖਿਆਲ ਕੁਝ ਬੋਲੇ ਨੇ ਅੱਜ। ਉਹ ਕਹਿੰਦੇ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ ਇਹਨਾਂ ਨੂੰ। ਉਹਨਾਂ ਨੂੰ ਗ੍ਰਿਫਤਾਰ ਤੇ ਉਹਨਾਂ ਦੇ ਬੇਟੇ ਨੇ ਤੇ ਉਹਨਾਂ ਦੇ ਨੌਂ ਨੇ ਤੇ ਉਹਨਾਂ ਦੇ ਸਾਲੇ ਦੇ ਮੁੰਡੇ ਦੇ ਸਾਲੇ ਨੇ ਗ੍ਰਿਫਤਾਰ ਕਰਕੇ ਰੱਖਿਆ। ਮੈਂ ਇੱਕ ਗੱਲ ਸਰਦਾਰ ਬਾਦਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਬਾਦਲ ਸਾਹਿਬ, ਤੁਹਾਡੀ ਬੜੀ ਵੱਡੀ ਤੇ ਬੜੇ ਵੱਡੇ ਤੁਸੀਂ ਨੇਤਾ ਸੀਗੇ ਸਿੱਖਾਂ ਦੇ। ਮੈਂ ਭਾਵੇਂ ਕਾਂਗਰਸੀ ਹਾਂ, ਪਰ ਮੈਂ ਵੀ ਉਹਨਾਂ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਿਸਪੈਕਟ ਕਰਦਾ ਸੀ ਕਿ ਇਹ ਬੜੀ ਸਿੱਖੀ ਦੇ ਵਿੱਚ ਇਹਨਾਂ ਨੇ ਬਹੁਤ ਚਿਰ ਆਪਣਾ ਸਿੱਕਾ ਜਮਾ ਕੇ ਰੱਖਿਆ। ਔਰ ਇੰਨਾ ਟਾਈਮ, ਲੰਬਾ ਟਾਈਮ ਕਿਸੇ ਨੂੰ ਵੀ ਨਹੀਂ ਮਿਲਿਆ ਪੋਲੀਟੀਕਲ ਬੰਦੇ ਨੂੰ ਜਿੰਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ। ਮੇਨਾਂ ਤੋਂ ਵੱਡੇ, ਬਹੁਤ ਵੱਡੇ ਦੇਸ਼ ਭਗਤ, ਸਿੱਖੀ ਦੇ ਪਰਪੱਕ, ਜਿਨ੍ਹਾਂ ਨੇ ਆਪਣੇ ਕੌਮ ਲਈ ਸਭ ਕੁਝ, ਘਰ ਵੀ ਵਾਰ ਦਿੱਤਾ, ਆਪਣੀ ਜਾਇਦਾਦਾਂ ਵੀ ਛੱਡ ਦਿੱਤੀਆਂ, ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਜਿਨ੍ਹਾਂ ਨੇ ਅਕਾਲੀ ਦਲ ਦੇ ਫੰਡ ਦੇ ਵਿੱਚੋਂ 1 ਰੁਪਈਆ ਕਦੀ ਕੱਢ ਕੇ ਨਹੀਂ ਸੀ ਦੇਖਿਆ। ਮਾਸਟਰ ਤਾਰਾ ਸਿੰਘ ਵਰਗੇ, ਗਿਆਨੀ ਕਰਤਾਰ ਸਿੰਘ ਵਰਗੇ ਔਰ ਮੋਹਨ ਸਿੰਘ ਤੋੜ ਵਰਗੇ, ਜਥੇਦਾਰ ਟੋਰੇ ਵਰਗੇ, ਇਹੋ ਜਿਹੇ ਬੰਦੇ, ਉਹ ਬੰਦਿਆਂ ਦੇ ਟਾਈਮ 'ਤੇ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਹੋਣ। 2007 ਤੋਂ 12 ਤੱਕ ਜਾਂ ਪਿਛਲੇ ਜਿਹੜਾ ਟਾਈਮ ਹੈ, ਬਾਦਲ ਸਾਹਿਬ ਨੂੰ ਇੱਕ ਸਵਾਲ ਤੁਸੀਂ ਪੁੱਛ ਲਿਓ, ਜਿਹੜੀ ਉਹ ਗੱਲ ਅੱਜ ਕਰ ਰਹੇ, ਮੈਨੂੰ ਅਫਸੋਸ ਹੋਇਆ ਜੇ ਤੁਸੀਂ ਅੱਜ ਜਿਹੜੀ ਗੱਲ ਦੱਸੀ ਹੈ। ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਬਾਦਲ ਸਾਹਿਬ, ਤੁਸੀਂ 12 ਤੱਕ ਤੁਹਾਡੇ ਹੱਥ 'ਚ ਕਮਾਂਡ ਰਹੀ ਆ, ਅਕਾਲੀ ਦਲ ਦੇ ਉੱਤੇ ਨਾ ਗੁੰਡਾਇਜ਼ਮ ਦਾ ਨਾਂ ਲੱਗਾ, ਨਾ ਗੈਂਗਿਜ਼ਮ ਦਾ ਲੱਗਾ, ਨਾ ਨਸ਼ੇ ਦਾ ਲੱਗਾ, ਨਾ ਮਾਫੀਆ ਲੱਗਾ, ਨਾ ਰੇਤਾ, ਨਾ ਟਰਾਂਸਪੋਰਟ। ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਖੋ ਕੇ ਮਜਬੂਰੀ ਵਾਸੋਂ ਚੀਫ ਮਿਨਿਸਟਰ ਤੇ ਜ਼ਰੂਰ ਰਹੇ, ਉਸ ਵੇਲੇ ਕਾਂਗਰਸ ਨੇ ਜਿਹੜਾ ਅਕਾਲੀ ਦਲ ਦਾ ਬੇੜਾ ਗਰਕ ਹੋ ਗਿਆ। ਅੱਜ 100 ਸਾਲ ਦੇ ਬਾਅਦ ਅਕਾਲੀ ਦਲ ਨੂੰ ਇੰਨੀ ਕਦੀ ਨਮੋਸ਼ੀ ਨਹੀਂ ਦੇਖਣੀ ਪਈ। ਅੱਜ ਅਕਾਲੀ ਦਲ ਨੂੰ, ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਇਸ ਉਮਰ ਦੇ ਵਿੱਚ ਬੋਲਣਾ ਪੈ ਰਿਹਾ। ਪਰ ਬਾਦਲ ਸਾਹਿਬ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਇਹ ਗੱਲਾਂ ਕਿਉਂ ਆਈਆਂ। ਇਸ ਕਰਕੇ ਆਈਆਂ ਕਿ ਪ੍ਰਕਾਸ਼ ਸਿੰਘ ਬਾਦਲ ਧ੍ਰਿਤਰਾਸ਼ਟਰ ਬਣ ਗਏ ਔਰ ਅੱਖਾਂ ਬੰਨ੍ਹ ਕੇ ਬੈਠੇ ਰਹੇ, ਤੇ ਇਹਨਾਂ ਨੇ ਕੋਈ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸਰ ਜੀ ਵਾਪਸ ਉਸ ਮੁੱਦੇ ਤੇ ਆਈਏ, ਤੁਸੀਂ ਜਿਹੜੀ ਧਾਰਾਵਾਂ ਲਾਈਆਂ 27 ਤੇ 29 ਉਹਦੇ ਵਿੱਚ ਹੈ ਕਿ ਵੀ ਇਹਨਾਂ ਵੱਲੋਂ ਇਸ ਨਸ਼ੇ ਦੇ ਵਪਾਰ ਵਿੱਚ ਪੈਸਾ ਪਾਇਆ, ਯੋਗਦਾਨ ਪਾਇਆ ਗਿਆ ਤੇ ਇਸ ਨੂੰ ਪਹੁੰਚਾਇਆ ਗਿਆ, बढ़ावा दिता गया। देखो, ਇਹੋ ਜਿਹੇ ਕੋਈ ਪ੍ਰੂਫ मैं ये बड़ा क्लीयर कर देना चाਹੁੰਦਾ कि जो ईडी ने इनकुआरी की, जो STF ने इनकुआरी की, ਉਹਦੇ 'ਚ ਸਾਡਾ ਕੋਈ ਰਹਿ ਨਹੀਂ। ਜਿਹੜੀ ਇਨਕੁਆਰੀ ਬੇਸ 'ਤੇ ਸਾਰੀਆਂ ਧਾਰਾਵਾਂ ਰੱਖੀਆਂ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਪੈਸੇ ਦਿੱਤੇ, ਕਾਹਦੇ ਲਈ ਦਿੱਤੇ, ਇਹ ਤੇ ਉਹਦੇ 'ਚ ਹੁਣ ਇਨਵੈਸਟੀਗੇਸ਼ਨ ਹੋਏਗੀ, ਔਨ ਰਿਕਾਰਡ ਆ, ਉਹਨਾਂ ਦੀਆਂ ਇਨਕੁਆਰੀਆਂ ਹੋਈਆਂ ਨੇ। ਜਦੋਂ ਬਾਹਰ ਆਉਂਦੇ ਸੀ ਉਹਨਾਂ ਦਾ ਬੋਲਦੇ ਸੀਗੇ ਕਿ ਵਿਕਰਮ ਕਰ ਰਿਹਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹਨਾਂ ਸਾਰੀਆਂ ਚੀਜ਼ਾਂ ਦੀ ਇਨਕੁਆਰੀ ਹੋਏਗੀ ਔਰ ਉਹਦੇ ਅੱਗੇ ਚੱਲਿਆ ਜਾਏਗਾ। ਹੁਣ ਵੇਖੋ ਨਾ, STF ਨੇ ਆਪਣੀ ਰਿਪੋਰਟ ਦਿੱਤੀ ਹੈ, STF ਕੋਲੋਂ ਵੀ ਪੁੱਛਿਆ ਜਾਏਗਾ, ED ਨੇ ਦਿੱਤੀ, ED ਵਾਲਿਆਂ ਨੂੰ ਕੀਤਾ ਜਾਏਗਾ। ਹੁਣ ਨਵਕਰਨ ਜਿਹੜਾ ਨੇ ਬੜੇ ਵੱਡੇ ਵਕੀਲ ਨੇ ਇਹਦੇ ਆਪਣਾ ਹਿਊਮਨ ਰਾਈਟਸ ਦੇ, ਤੇ ਉਹਨਾਂ ਦੇ ਵੱਲੋਂ RS ਬੈਂਸ ਨੇ, ਤੇ ਇਹ ਸਾਰੇ ਇਹਦਾ ਮਤਲਬ ਕਿ ਇਕੱਲਾ ਅਕਾਲੀ ਦਲ ਹੀ ਸੱਚਾ ਹੋ ਗਿਆ। ਸਰਦਾਰ ਅਜੀਤ ਸਿੰਘ ਬੈਂਸ ਦੀ ਕੋਈ ਸਿੱਖ ਕੌਮ ਨੂੰ ਦੇਣ ਨਹੀਂ, ਨਵਕਰਨ ਹੋਣੇ ਕੋਈ ਸਿੱਖ ਕੌਮ ਨੂੰ ਦੇਣ ਨਹੀਂ। ਇਹ ਵੀ ਇੱਕੋ ਪਾਰਟੀ ਦੇ ਅੱਗੇ ਜਿਹੜੀ ਕਿ ਨਹੀਂ ਸਿੱਖ ਨੁਮਾਇੰਦਾ ਕੌਮ ਹੈ, ਤੇ ਹੋਰ ਕੋਈ ਇਹਦਾ ਮਤਲਬ ਸਿੱਖ ਹੀ ਨਹੀਂ ਗੇ। ਜਿਹੜਾ ਬਾਦਲ ਅਕਾਲੀ ਦਲ 'ਚ ਹੋਏਗਾ ਉਹ ਸਿੱਖ ਹੋਏਗਾ, ਜਿਹੜਾ ਬਾਹਰ ਹੋਏਗਾ ਉਹ ਸਿੱਖ ਹੀ ਨਹੀਂ ਹੋਏਗਾ, ਚਾਹੇ ਉਹਦੀ ਜਿੱਡੀ ਮਰਜ਼ੀ ਵੱਡੀ ਕੁਰਬਾਨੀ ਹੋਵੇ। ਕਿੱਥੇ ਚਲਾ ਗਿਆ ਟੋਰੇ ਦਾ ਪਰਿਵਾਰ, ਕਿੱਥੇ ਚਲੇ ਗਿਆ ਮੋਹਨ ਸਿੰਘ ਤੋੜੋ ਨੇ, ਕਿੱਥੇ ਗਏ ਨੇ ਮਾਸਟਰ ਤਾਰਾ ਸਿੰਘ ਦਾ ਪਰਿਵਾਰ, ਇਹਨਾਂ ਨੇ ਉੱਠਣ ਨਹੀਂ ਦਿੱਤਾ। ਕਿੱਥੇ ਗਿਆ ਗਿਆਨੀ ਕਰਤਾਰ ਸਿੰਘ ਦਾ, ਕਦੀ ਇਹਨਾਂ ਨੇ ਜਨਮ ਦੇ ਨਾਂ ਹੀ ਨਹੀਂ, ਜਿਹਨੂੰ ਸਿੱਖੀ ਦਾ ਬ੍ਰੇਨ ਕਿਹਾ ਜਾਂਦਾ। ਜਿਹੜੀ ਪੈਦਾਇਸ਼ ਹੀ ਪ੍ਰਕਾਸ਼ ਸਿੰਘ ਬਾਦਲ, ਗਿਆਨੀ ਕਰਤਾਰ ਸਿੰਘ ਦੇ, ਇਹਨਾਂ ਨੂੰ ਪੁੱਛੋ ਕਿ ਸਰਦਾਰ ਸਾਹਿਬ ਤੁਹਾਨੂੰ ਜਦੋਂ ਰੈਵਨਿਊ ਮਿਨਿਸਟਰ ਸੀ ਤੁਹਾਨੂੰ ਪੋਲੀਟਿਕਸ 'ਚ ਲਿਆਂਦਾ ਕਿ ਨਹੀਂ? ਗਿਆਨੀ ਕਰਤਾਰ ਸਿੰਘ ਲਿਆਂਦਾ, ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਗਿਆਨੀ ਜੀ ਦਾ ਨਾਮ ਹੀ ਨਹੀਂ ਲਿਆ। ਸਰ ਅੱਜ ਤੁਸੀਂ ਇਹ ਸ਼ੁਰੂ ਕੀਤਾ ਤੇ ਇੱਕ ਇਲਜ਼ਾਮ ਅਕਾਲੀ ਦਲ ਵੱਲੋਂ ਵੀ ਲੱਗ ਰਹੇ ਨੇ, ਆਪ ਵੱਲੋਂ ਵੀ ਲੱਗ ਰਹੇ। ਉਹਨਾਂ ਤੇ ਆਈਏ,
तो ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਸਿਆਸੀ ਰੰਜਿਸ਼ ਹੈਗੀ ਹੈ। ਕਿਦਾਂ ਕਿ ਆਪਨੇ ਨਹੀਂ, ਇਹ ਅਕਾਲੀ ਦਲ ਨੇ, ਆਪਨੇ ਤਾਂ ਬੜੀ ਸਿੱਧੇ ਸਾਦੇ ਕਿਹਾ ਕਿ ਇਹ ਬੜੀ ਕਮਜ਼ੋਰ FIR ਪਾਈ ਗਈ ਹੈ, ਕਿਉਂਕਿ ਇਹ ਕੋਈ ਪਹਿਲਾਂ ਹੀ ਮੀਟਿੰਗ ਹੋ ਚੁੱਕੀ ਸੀਗੀ ਸੁਖਬੀਰ ਸਿੰਘ ਬਾਦਲ ਤੇ CM ਚੰਨੀ ਸਾਹਿਬ ਵਿੱਚ, ਐਂਡ ਉਹਦੇ ਵਿੱਚ ਤੈਅ ਕੀਤਾ ਗਿਆ ਸੀ ਕਿ ਵੀ ਇਹ ਇੱਕ ਕਮਜ਼ੋਰ ਜੀ FIR ਪਾਈ ਜਾਏਗੀ। ਨਿਮਰਤ, ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਤੇ ਪਬਲਿਕਲੀ ਪੈਰਾਂ 'ਚ ਡਿੱਗ ਪਿਆ ਬਿਕਰਮ ਮਜੀਠੀਆ ਦੇ, ਮਾਫੀ ਮੰਗ ਕੇ ਨਿਕਲੇ ਕੋਰਟ ਦੇ ਵਿੱਚੋਂ, ਤੇ ਇਹ ਕੀ ਜਵਾਬ ਦੇਣਗੇ? ਇਹੀ ਪੁੱਛ ਲਓ ਇਹਨਾਂ ਨੂੰ। ਜਦੋਂ ਤੁਹਾਡੇ ਨਾਲ ਗੱਲ ਕਰਦੇ ਸੀ ਉਹਨਾਂ ਪੁੱਛਣਾ ਸੀ ਕਿ ਕੇਜਰੀਵਾਲ ਤੇ ਪਹਿਲੇ ਦਿਨ ਹੀ ਪੈਰਾਂ 'ਚ ਡਿੱਗ ਪਿਆ, ਜਿਹਨੇ ਕਿਹਾ ਜੀ ਮਜੀਠੀਆ ਚੁਣ ਲੈ ਤੇਰੇ को मैं अंदर दूंगा, ਅੰਦਰ ਦੇਣ ਦੀ ਬਜਾਏ ਕੇਜਰੀਵਾਲ ਆਪ ਪੈਰਾਂ 'ਚ ਡਿੱਗਾ। ਤੇ ਇਹਦਾ ਕੀ ਆਮ ਆਦਮੀ ਪਾਰਟੀ ਕੀ ਕਹੇਗੀ? ਉਹ ਕਹਿੰਦੇ ਸਾਡਾ ਵਕਤ ਬਰਬਾਦ ਹੁੰਦਾ ਸੀ ਮਾਨਹਾਨੀ ਦੇ ਕੇਸ ਲੜਦੇ ਲੜਦੇ। ਇਹਦਾ ਮਤਲਬ ਕਿ ਕੱਲ੍ਹ ਨੂੰ ਵੀ ਕੋਈ ਕਮਜ਼ੋਰੀ ਆ ਜਾਏਗੀ? ਬਿਲਕੁਲ, ਅਸੀਂ ਜੇ ਕੀਤਾ ਅਸੀਂ ਖਲੋਤੇ ਹਾਂ ਔਰ ਡਟ ਕੇ ਖੜੇ ਹੋ ਰਹਾਂਗੇ। ਸੋ ਇਹਦੇ ਵਿੱਚ ਤੁਹਾਡੇ ਵੱਲੋਂ ਕੋਈ ਲੱਗਦਾ ਨਹੀਂ ਕੋਈ ਕਮਜ਼ੋਰੀ ਹੈਗੀ ਹੈ ਜਾਂ? ਬਿਲਕੁਲ ਕੋਈ ਕਮਜ਼ੋਰੀ ਨਹੀਂ, ਨਾ ਚੰਨੀ ਸਾਹਿਬ ਵੱਲੋਂ ਕਮਜ਼ੋਰੀ ਹੈ, ਨਾ ਸਾਡੇ ਵੱਲੋਂ ਕਮਜ਼ੋਰੀ ਹੈ, ਨਾ ਪੁਲਿਸ ਡਿਪਾਰਟਮੈਂਟ ਵੱਲੋਂ ਕਮਜ਼ੋਰੀ ਹੈ। ਸਰ, ਇੱਕ ਪੁਆਇੰਟ ਜਿਹੜਾ ਚੁੱਕਿਆ ਜਾਂਦਾ ਹੈ ਉਹ ਜੋ ਅਸੀਂ ਵਾਰ-ਵਾਰ ਚੁੱਕਦੇ ਆ ਰਹੇ ਹਾਂ, ਚਲੋ ਇੱਕ ਸਾਈਡ ਮੰਨ ਲਈ ਕਿ ਨਸ਼ਾ ਇੱਥੋਂ ਆ ਰਿਹਾ ਸੀ, ਪਰ ਪਿਛਲੇ 5.5 ਸਾਲ ਤੋਂ, ਚਲੋ 4.5 ਸਾਲ ਕਹਿ ਲਈਏ, ਅਕਾਲੀ ਦਲ ਦੀ ਸਰਕਾਰ ਚੱਲੇਗੀ, ਪੰਜਾਬ ਵਿੱਚ ਅੱਜ ਵੀ ਨਸ਼ਾ ਵਿਕਦਾ ਹੈ। ਤੁਸੀਂ ਬੜੀ ਕੋਸ਼ਿਸ਼ ਕਰਦੇ ਹੋ। ਬਿਲਕੁਲ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ, ਅੱਜ ਵੀ ਵਿਕਦਾ, ਪਾਕਿਸਤਾਨ ਤੋਂ ਵੀ ਆਉਂਦਾ, ਪਾਕਿਸਤਾਨ ਤੋਂ ਹੋਰ ਚੀਜ਼ਾਂ ਵੀ ਆਉਂਦੀਆਂ ਨੇ, ਇੰਡੀਆ 'ਚ ਇਕੱਲਾ ਪੰਜਾਬ 'ਚ ਨਹੀਂ। ਤੁਸੀਂ ਜਦੋਂ ਗੁਜਰਾਤ ਦੇ ਵਿੱਚ ਅਡਾਨੀ ਪੋਰਟ ਤੋਂ 3000 ਕਿਲੋ ਰਾਤੀ ਫੜਿਆ ਗਿਆ, ਤੇ ਦਿੱਲੀ ਤੋਂ ਵੀ ਆਉਂਦਾ। ਇਹ ਇਕੱਲਾ ਪੰਜਾਬ ਨੂੰ ਕਹਿ ਸਕਦੇ, ਪੂਰੇ ਹਿੰਦੁਸਤਾਨ 'ਚੋਂ ਵੀ ਨਸ਼ਾ ਜਿਹੜਾ ਉਹ ਟਰੈਵਲ ਕਰ ਰਿਹਾ। ਇਹ ਜ਼ਰੂਰ ਹੈ ਕਿ ਇੱਥੇ ਪੁਲਿਸ, ਪੋਲੀਟੀਕਲ ਬੰਦੇ ਔਰ ਜਿਹੜੇ ਨੇ ਨਾਰਕੋਟਿਕਸ ਦੇ ਵਿੱਚ, ਨਸ਼ੇ ਦੇ ਵਿੱਚ ਸੀਗੇ, ਉਹਨਾਂ ਬੰਦਿਆਂ ਨੂੰ ਦਾ ਇੱਕ ਨੈਕਸਸ ਬਣ ਗਿਆ ਸੀ। ਜਿੰਨੀ ਦੇਰ ਉਹ ਨਹੀਂ ਟੁੱਟਦਾ, ਪੰਜਾਬ 'ਚੋਂ ਨਸ਼ਾ ਖਤਮ ਨਹੀਂ ਹੋਏਗਾ। ਮੈਂ ਕਦੋਂ ਕਹਿ ਰਿਹਾ ਕਿ ਨਸ਼ਾ ਨਹੀਂ, ਜੇ ਕੋਈ ਝੂਠ ਬੋਲਣਾ ਹੋਵੇ ਤਾਂ ਕਹੇਗਾ ਜੀ ਹਾਂ ਨਸ਼ਾ ਜੀ ਬਿਲਕੁਲ ਮੈਂ ਤਾਂ ਖਤਮ ਕਰ ਦਿੱਤਾ। ਬਿਲਕੁਲ, ਅਜੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ ਔਰ ਇਸ ਨੈਕਸਸ ਨੂੰ ਤੋੜਨ ਲਈ ਬੜੀ ਜੁਰਤ ਚਾਹੀਦੀ ਹੈ ਔਰ ਬੜਾ ਵੱਡਾ ਕ੍ਰਿਟਿਸਿਜ਼ਮ ਵੀ ਹੁੰਦਾ। ਅੱਜ ਮੈਂ ਬੋਲ ਰਿਹਾ, ਤੁਸੀਂ ਵੇਖੋ ਤੁਹਾਡੇ ਚੈਨਲ ਦੇ ਥੱਲੇ ਕਈ ਜਿਹੜੇ ਬੈਠੇ ਨੇ, ਉਹਨਾਂ ਨੇ ਗਾਲਾਂ ਵੀ ਕੱਢਣੀਆਂ ਨੇ, ਉਹਨਾਂ ਬਹੁਤ ਕੁਛ ਕਰਨਾ, ਪਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਤੁਸੀਂ ਇਹ ਜਿਹੜੇ 3 ਮਹੀਨੇ ਤੁਹਾਨੂੰ ਮਿਲੀ ਹੈ, ਤੁਸੀਂ ਕੁਝ ਚੇਂਜ ਕਰ ਪਾਏ? ਡੂ ਯੂ ਥਿੰਕ ਕਿ ਥੋੜਾ ਜਿਹਾ ਫਰਕ ਵੀ ਪਿਆ ਹੈਗਾ, ਔਰ ਉਹ ਫਰਕ ਲੰਬੇ ਟਰਮ ਆਏਗਾ ਕਿੱਦਾਂ? ਦੇਖੋ, ਜਿਸ ਸਿਸਟਮ ਨੂੰ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਜਾਏ, ਉਹਨੂੰ ਕਰਨੀ ਕਈ ਵਾਰ ਚੇਂਜਿਸ ਕਰਨੀਆਂ ਪੈਂਦੀਆਂ ਨੇ। ਜੇ 4-5 ਸਾਲ ਹੋਣ ਤੇ ਤੁਸੀਂ ਥੋੜ੍ਹਾ ਵਕਫਾ ਪਾ ਕੇ ਵੀ ਉਹਨਾਂ ਚੀਜ਼ਾਂ ਨੂੰ ਚੇਂਜਿਸ ਕੀਤੇ ਜਾਵੇ, ਕਿਸੇ ਦੀ ਟਰਾਂਸਫਰ ਕੀਤੀ ਜਾ ਸਕਦੇ, ਕਿਸੇ ਦੀ ACR ਲਿਖਣੀ, ਕਿਸੇ ਦੀ ਹੋਰ ਚੀਜ਼ ਲਿਖਣੀ, ਕਿਸੇ ਨੂੰ ਡਿਪਾਰਟਮੈਂਟਲ ਇਨਕੁਆਇਰੀਆਂ ਕਰਨੀਆਂ, ਉਹ ਬੜਾ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੁੰਦਾ। ਇਸ ਟਾਈਮ ਦੇ ਵਿੱਚ ਸਾਨੂੰ ਡੇ ਟੂ ਡੇ ਵਰਕ ਕਰਨਾ ਪੈਂਦਾ ਕਿ ਕੋਈ ਨਹੀਂ ਠੀਕ ਟਰਾਂਸਫਰ ਕਰੋ, ਦੂਸਰੇ ਨੂੰ ਲੈ ਕੇ ਆਓ, ਉਹ ਵੀ ਨਹੀਂ ਠੀਕ ਅਗਲੇ ਨੂੰ ਕਰੋ, ਔਰ ਉਹ ਵੀ ਜਾਣਦੇ ਕਿ ਤੁਸੀਂ ਵੀ ਕੁਝ ਦੇਰ ਦੇ ਮਹਿਮਾਨ ਨਹੀਂ ਹੋ। ਬਿਲਕੁਲ, ਉਹ ਵੀ ਇਹ ਬੜੀ ਵੱਡੀ, ਪਰ ਇੱਕ ਚੀਜ਼ ਹੈ ਕਿ ਮੈਂ ਚੰਨੀ ਸਾਹਿਬ ਨੂੰ ਮੁਬਾਰਕਬਾਦ ਦੇਵਾਂਗਾ ਕਿ ਜਿਨ੍ਹਾਂ ਨੇ, ਜਿਹੜੇ ਆਫਿਸਰਾਂ ਨੇ ਇਹ ਇੰਟੈਗਰਿਟੀ ਤੇ ਨੈਸ਼ਨੈਲਿਟੀ ਦਿਖਾਈ ਆ, ਕਿ ਕਿਤੇ ਨਾ ਕਿਤੇ ਤਾਂ ਸਾਨੂੰ ਜਵਾਬ ਦੇਣਾ ਪਏਗਾ। ਇਹ ਤਾਂ ਨਹੀਂ ਕਿ ਸਾਰੇ ਹੀ ਸਾਨੂੰ ਕਹਿਣਗੇ ਕਿ ਤੁਸੀਂ ਗਲਤ ਹੋ। ਅਕਾਲੀ ਦਲ ਕਹਿੰਦਾ ਰਹੇ, ਕਿਉਂਕਿ ਉਹਨਾਂ ਨੇ ਉਹ ਤੇ ਆਪ ਇਸ ਨਸ਼ੇ ਦੇ ਵਿੱਚ ਬੰਦ ਰਹੇ ਨੇ। ਮੈਂ ਤਾਂ ਤੁਹਾਨੂੰ ਕਿਹਾ, ਤੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਆ ਆਮ ਆਦਮੀ ਪਾਰਟੀ ਦੀ, ਦਿੱਲੀ 'ਚ ਨਸ਼ਾ ਹੈ ਨਹੀਂ, ਹੁਣ ਪੁੱਛੋ ਕਿੰਨਾ ਨਸ਼ਾ ਕਿੱਥੋਂ ਆਉਂਦਾ ਦਿੱਲੀ 'ਚ? ਪੰਜਾਬ ਤੋਂ ਜਾਂਦਾ। ਕੇਜਰੀਵਾਲ ਦਵੇ ਜਵਾਬ। ਇਹ ਜਿਹੜੀਆਂ ਮੈਂ ਤਾਂ ਇਹ ਗੱਲਾਂ ਕੀਤੀਆਂ ਨੇ ਕਿ ਨਸ਼ੇ ਦਾ ਇੱਕ ਇੰਟਰਨੈਸ਼ਨਲ ਇਸ਼ੂ ਬਣ ਗਿਆ। ਆਪਣੇ ਤੁਸੀਂ ਦੇਖੋ, ਜਦੋਂ ਬਾਹਰਲੀਆਂ ਕੰਟਰੀਆਂ 'ਚ ਕਿੰਨਾ ਨਸ਼ਾ ਫੜਿਆ ਜਾਂਦਾ ਔਰ ਉਹਨਾਂ ਦੀ ਗੈਂਗ ਵਾਰ ਜਿਹੜੀ ਆ ਉਹ ਵੀ ਹੁੰਦੀ ਆ। ਅਤੇ ਇਹ ਪੂਰੀ ਵਰਲਡ ਨੂੰ ਇੱਕ ਬਣਨਾ ਚਾਹੀਦਾ ਕਿ ਦੇਖਣਾ ਚਾਹੀਦਾ ਕਿ ਇਹ ਨਸ਼ੇ ਨੂੰ ਕਿਵੇਂ ਖਤਮ ਕਰਨਾ। ਇਕੱਲਾ ਅਸੀਂ ਹੈਰੋਇਨ ਜਾਂ ਉਹੀ ਚੀਜ਼ਾਂ ਨਸ਼ਾ ਨਹੀਂ, ਸਿੰਥੈਟਿਕ ਡਰੱਗ ਜਿਹੜੀ ਹੈ ਇਹ ਵੀ ਬੜਾ ਵੱਡਾ ਨਸ਼ਾ। ਇਹਦੇ 'ਤੇ ਵੀ ਸਾਨੂੰ ਹੈਲਥ ਡਿਪਾਰਟਮੈਂਟ, ਪੰਜਾਬ ਪੁਲਿਸ, ਸਾਰੇ ਡਿਪਾਰਟਮੈਂਟ ਨੂੰ ਖਲੋ ਕੇ ਇਹਦੇ 'ਤੇ ਕੈਮਿਸਟਾਂ ਨੂੰ, ਜਿਹੜੇ ਡਰੱਗ ਫੈਕਟਰੀਜ਼ ਨੇ, ਉਹਨਾਂ ਨਾਲ ਵੀ ਗੱਲ ਕਰਨੀ ਪਏਗੀ ਕਿ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ। ਸਰ, ਤੁਹਾਡੇ ਨਾਲ ਬੈਠਿਆਂ ਤੇ ਜਿਹੜਾ ਹੁਣ ਹਾਲ ਵਿੱਚ ਦਰਬਾਰ ਸਾਹਿਬ ਬੇਅਦਬੀ ਦਾ ਮਾਮਲਾ ਆਇਆ ਹੈਗਾ, ਔਰ ਜੋ ਉਸ ਤੋਂ ਬਾਅਦ ਅਸੀਂ ਦੇਖਿਆ ਕੋਟਕਪੂਰਾ 'ਚ ਹੋਇਆ, ਕਪੂਰਥਲੇ ਵਿੱਚ ਹੋਇਆ, ਇੱਕ ਪਾਸੇ ਜੋ ਕੀਤਾ ਗਿਆ ਉਹਦੀ ਅਸੀਂ ਉਸ ਤੋਂ ਕੁਝ ਕੰਮ ਨਹੀਂ ਹੋ ਸਕਦਾ, ਬਟ ਜਿਸ ਤਰ੍ਹਾਂ ਦਾ ਰਿਐਕਸ਼ਨ ਆ ਰਿਹਾ, ਜਿਸ ਤਰ੍ਹਾਂ ਕਿੱਥੇ ਅਸੀਂ ਦਿੱਲੀ ਵੀ ਦੇਖਿਆ, ਇੱਕ ਬੰਦੇ ਨੂੰ ਤੁਸੀਂ ਮੁਰਗੇ ਵਾਂਗ ਹਲਾਲ ਕਰ ਦੋ, ਇੱਥੇ ਕੁੱਟ ਕੇ ਮਾਰ ਦੋ। ਇਹ ਪੂਰੀ ਸਿਚੁਏਸ਼ਨ, ਪਹਿਲੀ ਗੱਲ ਤੇ ਨਿਮਰਤ, ਸਿੱਖੀ ਦੇ ਵਿੱਚ ਚੀਜ਼ਾਂ ਹੈ ਹੀ ਨਹੀਂ।
ਸਿੱਖ ਤੇ ਬੜੇ ਨਿਮਰਤਾ ਦੇ ਪੁੰਜ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਉਹ ਤੋਂ ਵੱਡੀ ਕੋਈ ਸ਼ਹਾਦਤ ਨਹੀਂ। ਭਾਈ ਮਤੀਦਾਸ, ਭਾਈ ਸਤੀਦਾਸ ਆਰੇ ਨਾਲ ਚੁਰਵਾਏ ਗਏ, ਉਹ ਤੋਂ ਵੱਡੀ ਕੋਈ ਸ਼ਹਾਦਤ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਦਿਲ ਕੱਢ ਕੇ ਉਹਨਾਂ ਦੇ ਮੂੰਹ 'ਚ ਪਾ ਦਿੱਤਾ ਗਿਆ, ਉਹ ਤੋਂ ਵੱਡੀ ਕੋਈ ਸ਼ਹਾਦਤ ਨਹੀਂ। ਬੜੀ ਸਿੱਦਤ ਦੇ ਨਾਲ ਉਹਨਾਂ ਨੇ ਇਹ ਤਸ਼ੱਦਦ ਸਹੀ। ਜਿਹੜੇ ਗੁਰੂ ਘਰ ਦੇ ਵਿੱਚ ਬੇਅਦਬੀ ਕਦੀ ਵੀ ਕੋਈ ਸਹਿਣ ਨਹੀਂ ਕਰ ਸਕਦਾ। ਬੇਅਦਬੀ 'ਤੇ ਕੋਈ ਕਦੀ ਖੜਾ ਨਹੀਂ ਹੋ ਸਕਦਾ। ਬੇਅਦਬੀ ਦੇ ਉੱਤੇ ਸਾਨੂੰ ਬੜੀ ਠੋਕ ਕੇ ਉਹਦੀ ਕੰਡੈਮਨੇਸ਼ਨ ਕਰੀਦੀ ਆ। ਮੈਂ ਤੁਸੀਂ ਦੇਖਿਆ ਹੋਣਾ ਕਿ ਸਭ ਤੋਂ ਪਹਿਲਾਂ ਮੈਂ ਜਿਸ ਵੇਲੇ ਉੱਥੇ ਹੋਈ ਆ, ਮੈਂ 10 ਵਜੇ ਧੁੰਦ ਹੋਣ ਦੇ ਬਾਵਜੂਦ ਮੈਂ ਉੱਥੇ ਪਹੁੰਚ ਗਿਆ ਔਰ SGPC ਨਾਲ ਮੀਟਿੰਗ ਵੀ ਕੀਤੀ। SGPC ਨਾਲ ਆਪ ਬੈਠ ਕੇ ਆਫਿਸਰਾਂ ਦੀ ਮੀਟਿੰਗ ਕਰਵਾਈ। ਉਹਦੇ ਬਾਅਦ ਮੈਂ ਤੇ ਚੀਫ ਮਿਨਿਸਟਰ ਸਾਹਿਬ ਸ਼ਾਮ ਨੂੰ ਦਰਬਾਰ ਸਾਹਿਬ ਫਿਰ ਦੁਬਾਰਾ ਉੱਥੇ ਗਏ ਆ। ਸਾਰੇ ਸਿਚੁਏਸ਼ਨ ਅਸੀਂ ਦੇਖ ਕੇ ਸਾਰੀ ਗੱਲਬਾਤ ਉੱਥੋਂ ਦੇ ਜਿਹੜੇ ਅਸਿਸਟੈਂਟ ਮੈਨੇਜਰ ਸਾਨੂੰ ਮਿਲੇ ਉਹਨਾਂ ਨਾਲ ਵੀ ਕੀਤੀ। ਜੇ ਅਸੀਂ ਵੀ ਜੇ ਸਰਕਾਰ ਲੁਕ ਜਾਵੇ, ਜਿਵੇਂ ਬਾਦਲ ਲੁਕ ਗਏ ਸੀ, ਕਈ ਮਹੀਨੇ ਬਾਹਰ ਨਹੀਂ ਨਿਕਲੇ, ਤੇ ਅੱਜ ਤੱਕ ਕੋਈ ਬਾਦਲਾਂ ਨੇ ਵਿਕਰਮ ਮਜੀਠੀਏ ਦੇ ਲਈ ਉਹਦੀ ਸਪੋਰਟ 'ਚ ਸਾਰਾ ਅਕਾਲੀ ਦਲ ਖੜਾ ਹੋ ਗਿਆ। ਤੇ ਕੀ ਗੱਲ ਉੱਥੇ ਜਾ ਕੇ ਅਕਾਲੀ ਦਲ ਨੂੰ ਖੜੇ ਨਹੀਂ ਸੀ ਹੋਣਾ ਚਾਹੀਦਾ? ਉਸ ਵੇਲੇ ਪਹੁੰਚਣਾ ਚਾਹੀਦਾ ਸੀ, ਉੱਥੇ ਗੱਲਾਂ ਕਰਨੀਆਂ ਚਾਹੀਦੀਆਂ ਸੀ। ਲਿੰਚਿੰਗ ਹੋਣੀ ਜਾਂ ਕਿਸੇ ਨੂੰ ਮਾਰ ਦੇਣਾ, ਇੱਕ ਐਵੀਡੈਂਸ ਖਤਮ ਹੋ ਗਈ ਹੈ। ਜੇ ਉਹ ਬੰਦਾ ਜਿੰਦਾ ਰਹਿੰਦਾ ਬਹੁਤ ਦੂਰ ਤੱਕ ਪਹੁੰਚਿਆ ਜਾਣਾ ਸੀ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਉਹ ਬੰਦਾ 9 ਵਜੇ ਐਂਟਰ ਕੀਤਾ ਦਰਬਾਰ ਸਾਹਿਬ, ਪਹਿਲਾਂ ਗਿਆ, ਫਿਰ ਦੁਬਾਰਾ ਗਿਆ, ਫਿਰ ਤੀਜੀ ਵਾਰ ਗਿਆ, ਜਿਹੜਾ ਉਹਨੇ ਇੰਸੀਡੈਂਟ ਕੀਤਾ। ਇਹਨਾਂ ਸਾਰੀਆਂ ਚੀਜ਼ਾਂ ਦਾ ਫਿਰ ਪਤਾ ਲੱਗਣਾ ਸੀ ਜੇ ਉਹ ਬੰਦਾ ਗ੍ਰਿਫਤਾਰ ਹੋ ਜਾਂਦਾ। ਔਰ ਬਦਕਿਸਮਤੀ ਆ ਕਿ ਅਸੀਂ ਉਹਦੇ ਫਿੰਗਰਪ੍ਰਿੰਟਸ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ 'ਚ ਇਹ ਚੀਜ਼ ਹੋ ਜਾਂਦੀ ਕਿ ਜਦੋਂ ਡੈਥ ਹੋ ਜਾਂਦੀ ਆ ਉਹਦੇ ਬਾਅਦ ਜਿਹੜੇ ਪ੍ਰਿੰਟਸ ਨੇ ਉਹ ਖਤਮ ਹੋ ਜਾਂਦੇ ਨੇ। ਨਹੀਂ ਤਾਂ ਅਦਰਵਾਈਜ਼ ਉਹਦੇ ਤੋਂ ਪਤਾ ਲੱਗ ਜਾਣਾ ਕਿ ਉਹਦਾ ਆਧਾਰ ਕਾਰਡ ਬਣਿਆ ਹੁੰਦਾ, ਬੰਦੇ ਦਾ ਪਤਾ ਚੱਲ ਜਾਣਾ ਸੀ। ਸੋ ਕੁਝ ਜਾਣਕਾਰੀ ਨਹੀਂ, ਹੁਣ ਕੋਈ ਜਾਣਕਾਰੀ ਨਹੀਂ ਗਈ। ਪਰ ਇਹ ਜ਼ਰੂਰ ਹੈ ਕਿ ਉਹਦਾ DNA ਜੇ ਉਹ ਕਰਨ ਲਈ ਉਹ ਸਾਰਾ ਚੀਜ਼ਾਂ ਅਸੀਂ ਕਰ ਰਹੇ ਹਾਂ। ਉਹਦੇ 'ਤੇ ਕਿਤੇ ਨਾ ਕਿਤੇ ਗੁਰੂ ਮਹਾਰਾਜ ਉਮੀਦ ਕਰਨਗੇ ਉਹਨੂੰ ਫੜਿਆ ਜਾਏਗਾ। ਜਿਹੜੀ ਤੁਸੀਂ ਕਪੂਰਥਲਾ ਦੀ ਗੱਲ ਕੀਤੀ ਹੈ, ਨਿਜ਼ਾਮਪੁਰ ਪਿੰਡ ਦੀ, ਉਹਦੇ ਵਿੱਚ ਮੈਂ ਜਿਹੜੀ ਉਸ ਬੰਦੇ ਦੀ ਗ੍ਰੰਥੀ ਦੀ ਅਮਰਜੀਤ ਸਿੰਘ ਉਹਨਾਂ ਦੀ ਸਟੇਟਮੈਂਟ ਸੁਣ ਰਹੇ ਹਾਂ ਜਾਂ ਪੜ੍ਹ ਰਹੇ ਹਾਂ ਜਾਂ ਦੇਖ ਰਹੇ ਹਾਂ, ਉਹਦੇ 'ਚ ਉਹਨਾਂ ਨੇ ਕਿਤੇ ਵੀ ਨਹੀਂ ਸੀ ਕਿਹਾ ਕਿ ਗੁਰੂ ਸਾਹਿਬ ਦੇ ਉੱਧਰ ਨੂੰ ਕਮਰੇ 'ਚ ਜਾ ਕੇ ਕੋਈ ਬੇਅਦਬੀ ਦੀ ਗੱਲ ਹੋਈ ਆ। ਔਰ ਉੱਥੇ ਇਹ ਵੀ ਕਿਹਾ ਕਿ ਇਹ ਬੰਦਾ ਕਿਚਨ ਦੇ ਵਿੱਚ ਰੋਟੀ ਬੈਠਾ ਖਾ ਰਿਹਾ ਸੀ, ਚਾਹ ਬਣਾ ਕੇ ਬੈਠਾ ਸੀ, ਪਰ ਮੈਂ ਜਦੋਂ ਥੱਲੇ ਆ ਉਦੋਂ ਨਿਸ਼ਾਨ ਸਾਹਿਬ ਨੂੰ ਕੋਈ ਛੇੜਛਾੜ ਹੋਈ ਜਾਂ ਕੋਈ ਦਿਸੇ, ਸ਼ਾਇਦ ਕਿਹਾ ਨਾ, ਉਹਨੇ ਸ਼ਾਇਦ ਕਿਹਾ। ਇਹਦੇ ਲਈ ਸਿੱਖ ਕੌਮ ਨੂੰ ਬੈਠ ਕੇ ਸੋਚਣਾ ਪਏਗਾ ਕਿ ਕਿਤੇ ਇਹੋ ਜਿਹੇ ਲੋਕ ਤੇ ਨਹੀਂ ਕਿ ਆਪਣੀਆਂ ਦੁਸ਼ਮਣੀਆਂ ਕੱਢਣ ਲਈ ਵੀ ਗੁਰੂ ਨੂੰ ਇਹਦੇ 'ਚ ਨਾ ਉਹ ਜਿਹੀ ਚੀਜ਼ ਲੈ ਕੇ। ਜਿੱਥੇ ਅੱਜ ਅਸੀਂ ਕਹੀਏ ਕਿਸਾਨੀ ਸੰਘਰਸ਼ ਨਾਲ ਦਸਤਾਰ ਦੀ ਸ਼ਾਨ ਵੱਧ ਰਹੀ ਸੀ, ਇਹੋ ਜਿਹੀਆਂ ਚੀਜ਼ਾਂ ਨਾਲ ਉਹ ਉੱਤੇ ਫਿਰ ਦਾਗ ਪੈ ਜਾਂਦੇ ਨੇ। ਇਹ ਵੇਖੋ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਉਸ ਚੀਜ਼ ਨਾਲ ਰਿਲੇਟ ਕਰ ਦਈਏ, ਪਰ ਜੋ ਇਹ ਚੱਲੀ ਹੈ ਇਹ ਚੀਜ਼ ਹੋਣੀ ਨਹੀਂ ਸੀ ਚਾਹੀਦੀ ਕਿ ਪੁਲਿਸ ਨੂੰ ਉੱਥੇ ਤੱਕ ਪਹੁੰਚਣਾ ਚਾਹੀਦਾ। ਜੇ ਨਾ ਪਹੁੰਚਦੇ ਤਾਂ ਇਹਨਾਂ ਨੂੰ ਫਿਰ ਗਵਰਨਮੈਂਟ ਦੇ ਅਗੇਂਸਟ ਮੋਰਚਾ ਖੋਲ੍ਹਣਾ ਚਾਹੀਦਾ ਸੀ। ਬਟ SGPC ਨੇ ਕਿਹਾ ਕਿ ਸਾਨੂੰ ਸਰਕਾਰ 'ਤੇ ਵਿਸ਼ਵਾਸ ਨਹੀਂ, ਅਸੀਂ ਆਪਣੀ ਵੱਖਰੀ SIT ਬਣਾਵਾਂਗੇ, ਉਹ ਪਹਿਲਾਂ ਕੈਮਰਾ ਜਾਂਚ ਕਰਨਗੇ, ਫਿਰ ਅਸੀਂ ਸਰਕਾਰ ਨੂੰ ਦੇਵਾਂਗੇ। ਨਹੀਂ, ਇਹਦਾ ਮਤਲਬ ਆ ਕਿ ਸਰਕਾਰ ਦੇ ਉੱਤੇ ਨਹੀਂ, ਮੈਂ ਕਹਿੰਦਾ ਬਿਲਕੁਲ ਨਹੀਂ, ਸਾਡੇ 'ਤੇ ਹੋਣੀ ਚਾਹੀਦੀ। ਜਿਹੜੇ ਅੰਦਰ ਇੰਨੇ ਉਹਨਾਂ ਨੇ ਟਾਸਕ ਫੋਰਸ ਦੇ ਬੰਦੇ ਲਾਏ ਨੇ, ਇੰਨੇ ਅੰਦਰ ਕੈਮਰੇ ਲੱਗੇ ਨੇ, ਅਤੇ ਇਹਦਾ ਮਤਲਬ ਮੋਨੀਟਰਿੰਗ ਕਰਦੇ ਹੀ ਨਹੀਂ ਕਿ ਉੱਥੇ ਦੇਖਦੇ ਨਹੀਂ, ਅੰਦਰ ਬੈਠੇ ਨਹੀਂ ਵੇਖ ਦੇਖਦੇ ਕਿ ਆਹ ਬੰਦਾ ਕਿੱਥੋਂ ਆਇਆ, ਕਿੱਥੇ ਪਿਆ, ਕਿਵੇਂ ਪਿਆ। ਇਹ ਵਾਕਈ ਉਹ ਕਰਨ। ਅਸੀਂ ਪਹਿਲੇ ਦਿਨ ਹੀ ਮੈਂ ਕਿਹਾ ਸੀ ਕਿ ਜਿੰਨੀ ਦੇਰ SGPC ਅਲਾਉ ਨਹੀਂ ਕਰੇਗੀ ਸਾਡੀ ਪੁਲਿਸ ਅੰਦਰ ਨਹੀਂ ਜਾਏਗੀ, ਪਰ ਬਾਹਰ ਅਸੀਂ ਆਪਣੀ ਇਨਵੈਸਟੀਗੇਸ਼ਨ ਪੂਰੀ ਤਰ੍ਹਾਂ ਜਾਰੀ ਰੱਖਾਂਗੇ। ਔਰ SGPC ਨੂੰ ਚਾਹੀਦਾ ਕਿ ਇਹੋ ਜਿਹੀ ਸਟੇਟਮੈਂਟ ਦੇ ਕੇ ਇਹ ਚਾਹੀਦਾ ਕਿ ਜੁਆਇੰਟ ਜਿਹੜੀ ਆ ਹੋਣੀ ਚਾਹੀਦੀ, ਉੱਥੇ ਪੁਲਿਸ ਬੈਠੀ ਹੋਵੇ, ਠੀਕ ਆ, ਉਹਨਾਂ ਨੂੰ ਕੈਮਰੇ ਉਹਨਾਂ ਦੇ ਸਾਹਮਣੇ ਚਲਾਉਣ, ਉੱਥੇ SGPC ਬੈਠੀ ਹੋਏ। ਇਹ ਸਾਰੇ ਤੁਸੀਂ ਹੋਰ ਕੀ ਗੱਲ ਕਰ ਸਕਦੇ ਹੋ? ਜਿਹੜੇ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਨੇ, ਇਹਨਾਂ ਨੇ ਕਹਿੰਦੇ ਅਸੀਂ ਉਹ ਵੀ ਨਹੀਂ ਦੇਵਾਂਗੇ। ਇਹਦਾ ਮਤਲਬ ਕਿ ਅੰਦਰ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਹੇਗੀ ਕਿ ਅਸੀਂ ਇਹਨਾਂ ਨੂੰ ਕੋਈ ਚੀਜ਼ ਨਹੀਂ ਹੋਣ ਦੇਣੀ, ਇਹ ਬਹੁਤ ਗਲਤ ਚੀਜ਼ ਹੈ। ਔਰ ਜੇ
ਮੈਂ as- ਸਾਰੇ ਪੁਰਾਣੇ ਹੱਥ ਲਿਖਿਤ ਗ੍ਰੰਥ ਚੋਰੀ ਹੋਏ ਨੇ ਜਿਨ੍ਹਾਂ ਦੀ ਮੈਂ ਇਹੋ ਹੀ ਕਿਹਾ ਕਿ ਜਿਹੜੇ 328 ਜਿਹੜੇ ਨੇ ਹੱਥ ਲਿਖਤ ਗ੍ਰੰਥ ਚੋਰੀ ਹੋ ਗਏ ਸਭ ਕੁਝ, ਤੇ ਉਹਦੇ ਤੇ ਉਹਨਾਂ ਬੰਦੇ ਸਸਪੈਂਡ ਕਰਕੇ ਡਿਸਮਿਸ ਕਰ ਦਿੱਤੇ, ਤੇ ਕੀ ਕਰ FIR ਨਹੀਂ ਸੀ ਹੋਣੀ ਚਾਹੀਦੀ? ਕਹਿੰਦੇ ਨਹੀਂ ਜੀ ਇਹ ਤਾਂ ਸਾਡਾ ਧਾਰਮਿਕ ਮਸਲਾ, ਤੇ ਜੇ ਧਾਰਮਿਕ ਉਹ ਇਕੱਲੇ ਹੀ ਧਾਰਮਿਕ ਨੇ, ਬਾਕੀ ਅਸੀਂ ਧਰਮ ਨੂੰ ਮੰਨਦੇ ਹੀ ਨਹੀਂ। ਸੋ ਜਿਵੇਂ ਰੋਮ ਵਿੱਚ ਹੁੰਦਾ ਹੈ ਕਿ ਵੀ ਉਹ ਸੈਪਰੇਟ ਕੰਟਰੀ ਮੰਨਿਆ ਜਾਂਦਾ ਜਿੱਥੇ ਪੋਪ ਹੁੰਦੇ, ਸਾਡਾ ਦਰਬਾਰ ਸਾਹਿਬ ਉਹਦਾ ਕੀ ਦੇਖੋ ਇਹਨਾਂ ਦੇ ਟਾਈਮ ਦੇ ਉੱਤੇ ਜਦੋਂ ਇਹ ਬੇਅਦਬੀ, ਮੈਂ ਵੀ ਕੱਲ ਫਿਰ ਤੁਸੀਂ ਲੈਟਰ ਤੁਹਾਨੂੰ ਵੀ ਭੇਜੀ ਆ ਕਿ ਲਿਵਿੰਗ ਗੁਰੂ ਮੰਨਿਆ ਗਿਆ, ਆਪਾਂ ਕਹਿੰਦੇ ਸਾਕਸ਼ਾਤ ਗੁਰੂ ਕਹਿੰਦੇ ਉਹਨਾਂ ਨੂੰ, ਕਿ ਉਹਦੇ 'ਚ ਇਹ ਕਿਹਾ ਕਿ ਇਹਦੀ ਜਿਹੜੀ ਕੋਈ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ ਤੇ ਉਹਦੇ ਉੱਤੇ ਜਿਹੜੀ ਆ ਇਹ 295 ਏ ਉਹਦੇ ਨਾਲ ਦੇ ਨਾਲ ਹੋਰ ਐਡ ਕਰਨੀ ਚਾਹੀਦੀ ਹੈ ਕਿ ਤਾਂ ਕਿ ਆਪਾਂ ਉਹਨੂੰ 10 ਸਾਲ ਸਜ਼ਾ ਕਰ ਸਕੀਏ, ਫਾਈਨ ਹੋ ਸਕੇ, ਅਪ ਟੂ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ। ਇਹ ਸਾਰੀਆਂ ਕਰਕੇ ਭੇਜਿਆ ਉਹਨਾਂ ਨੇ। ਸਾਡੇ ਕੋਲ ਕੁਐਰੀ ਮੰਗੀ, ਮੈਂ ਆਉਂਦਿਆਂ ਫਿਰ ਦੁਬਾਰਾ ਉਹਨਾਂ ਨੂੰ ਫਾਈਲ ਕਲੀਅਰ ਕਰਕੇ ਪੂਰਾ ਦੇਖ ਕੇ ਭੇਜਿਆ ਕਿ ਇਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਬਾਕੀ ਨਾਲ ਨਾ ਲਓ। ਸੁਪਰੀਮ ਕੋਰਟ ਨੇ ਜੇ ਇਹਨੂੰ ਸਾਕਸ਼ਾਤ ਗੁਰੂ ਕਿਹਾ ਜਾਂ ਲਿਵਿੰਗ ਗੁਰੂ ਕਿਹਾ ਤੇ ਇਹਦੇ 'ਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਇਮੀਡੀਏਟਲੀ ਕਰਕੇ ਤੇ ਨਾਲ ਹੀ ਸ਼੍ਰੀਮਦ ਭਗਵਦ ਗੀਤਾ, ਕੁਰਾਨ ਸ਼ਰੀਫ ਔਰ ਬਾਈਬਲ, ਇਹਨਾਂ ਸਾਰੇ ਧਰਮਾਂ ਦੀ ਜਿਹੜੀ ਵੀ ਕੋਈ ਰਿਲੀਜੀਅਸ ਹੈਗੀਆਂ ਨੇ ਬੁੱਕ, ਉਹਨਾਂ ਦਾ ਸਾਨੂੰ ਇੱਕੋ ਜਿਹਾ ਹੀ ਪੈਮਾਨਾ ਪੰਜਾਬ 'ਚ ਰੱਖਣਾ ਚਾਹੀਦਾ, ਕਿਉਂਕਿ ਸੈਕੂਲਰ ਹੈ, ਸਿੱਖ ਧਰਮ ਤੇ ਹੈ ਹੀ ਸੈਕੂਲਰ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਧਰਮਾਂ ਦੀ ਬਾਣੀ ਦਰਜ ਕੀਤੀ ਗਈ ਹੈ। ਤੋ ਇਹਦੇ ਲਈ ਉਹਨਾਂ ਨੂੰ ਕਿਹਾ, ਮੈਂ ਕੱਲ੍ਹ ਲੈਟਰ ਲਿਖਿਆ, ਉਹਦੇ ਤੋਂ ਪਹਿਲਾਂ ਸਪੈਸ਼ਲ ਸੈਕਟਰੀ ਹੋਮ ਨੇ ਵੀ ਗਵਰਨਮੈਂਟ ਆਫ ਇੰਡੀਆ ਨੂੰ ਲਿਖ ਕੇ ਭੇਜਿਆ ਕਿ ਜਿਹੜੀ ਤੁਹਾਡੇ ਕੋਲ ਪਈ ਹੈ ਪ੍ਰੈਜ਼ੀਡੈਂਟ ਸਾਹਿਬ ਕੋਲ ਜਲਦੀ, ਇਹ ਇਕੱਲੇ ਪੰਜਾਬ ਦਾ ਤਾਂ ਬਣਨਾ ਨਹੀਂ, ਜੇ ਇੱਥੇ ਬਣੇਗੀ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਇਹ 295 ਦੀ ਅਮੈਂਡਮੈਂਟ ਹੋਏਗੀ। ਕਿਹਾ ਗਿਆ ਕਿ ਵੀ ਇੱਥੇ ਹੋਰ ਇਹੋ ਜਿਹੀਆਂ ਵਾਰਦਾਤਾਂ ਹੋਣ ਦੀ ਸਾਜ਼ਿਸ਼ ਰਚੀ ਜਾ ਸਕਦੀ ਹੈ। ਕਹਿੰਦੇ ਹੁੰਦੇ ਨੇ ਦੁਸ਼ਮਣ ਬਾਤ ਕਰੇ ਅਨਹੋਣੀ, ਤੇ ਇੱਥੇ ਤਾਂ ਪੰਜਾਬ 'ਚ ਇੱਕ ਪਾਸੇ ਪਾਕਿਸਤਾਨ ਬੈਠਾ ਤੇ ਪਤਾ ਨਹੀਂ ਕੀ ਆ ਇਹ, ਤੇ ਸਾਨੂੰ ਬੜਾ ਸਾਰੇ, ਮੈਂ ਖਾਸ ਕਰਕੇ ਆਪਣੇ ਪੰਜਾਬੀ ਭਰਾਵਾਂ ਨੂੰ ਕਹੂੰਗਾ ਕਿ ਇਕੱਲੀ ਸਰਕਾਰ ਵੱਲ ਨਾ ਵੇਖੋ, ਗੁਰੂ ਜਾਂ ਮੰਦਰ, ਮਸਜਿਦ, ਇਹ ਸਾਡੇ ਸਾਰਿਆਂ ਦੇ ਸਾਂਝੇ ਨੇ। ਸਿੱਖ ਧਰਮ ਦੇ ਵਿੱਚ ਤੇ ਵੈਸੇ ਵੀ ਜਿਹੜੀ ਸੰਗਤ ਤੇ ਪੰਗਤ ਤੇ ਜਾਤ ਊਚ ਨੀਚ ਦਾ ਭੇਦਭਾਵ ਖਤਮ ਕੀਤਾ। ਇਹ ਸਾਰੀਆਂ ਚੀਜ਼ਾਂ ਕਰਕੇ ਛੱਡ ਕੇ ਸਾਨੂੰ ਆਪਣੇ ਧਰਮ ਨੂੰ, ਜਿਸ ਵੀ ਧਰਮ 'ਚ ਅਸੀਂ ਬੈਠੇ ਹਾਂ, ਉਹਦੇ 'ਤੇ ਪੂਰੇ ਉਤਰਨਾ ਚਾਹੀਦਾ, ਔਰ ਧਰਮ ਦੀ ਰਾਖੀ ਕਰਨਾ ਸਾਡਾ ਕੰਮ ਹੈ। ਅੱਜ ਇੱਕ ਉਹ ਕਹਿੰਦੇ ਡਰੋਨ ਆਇਆ ਤੇ ਵਾਪਸ ਚਲਾ ਗਿਆ, ਤੇ ਉਹ ਫਿਰ ਉਸ ਟਾਈਮ ਜਦ ਫੋਟੋ ਲਈ ਜਾ ਰਹੀ ਹੈ, ਰਿਕਾਰਡ ਹੋ ਰਹੀ ਹੈ, ਤੇ BSF ਜਾਂ ਪੁਲਿਸ, ਪੰਜਾਬ ਪੁਲਿਸ ਇਹ ਕਿਉਂ ਨਹੀਂ ਕੰਟਰੋਲ ਨਹੀਂ, ਕਰਦੀ? ਵੇਖੋ ਜਿਹੜਾ ਬਾਰਡਰ ਦੇ ਉੱਪਰ ਆ ਉੱਥੇ ਸਾਡੇ ਕੋਲ ਤੇ ਇੰਨਾ ਕੋਈ ਸਿਸਟਮ ਹੈ ਨਹੀਂ। ਸਾਡੇ ਕੋਲ ਇਹੋ ਹੀ ਨਾ 3x3 ਦੀ ਗੱਲ ਹੋਏਗੀ, ਜਾਂ SLR ਹੋਏਗੀ, ਜਾਂ LMG ਹੋਏਗੀ। ਗਵਰਨਮੈਂਟ ਆਫ ਇੰਡੀਆ ਨੂੰ ਚਾਹੀਦਾ ਕਿ ਜਿਸ ਤਰ੍ਹਾਂ ਜਰਮਨ ਵਾਲਿਆਂ ਨੇ ਮੇਰੇ ਖਿਆਲ ਰਡਾਰ ਜਿਹੜੇ ਨੇ ਉਹ ਬਣਾ ਲਏ ਨੇ ਡਰੋਨ ਦੇ, 4 ਸਾਲ ਤੋਂ ਰੌਲੀ ਪੈ ਰਹੀ ਹੈ ਕਿ ਡਰੋਨ ਜਿਹੜੇ ਆ ਰਹੇ ਨੇ, ਤੇ ਇੰਡੀਅਨ ਗਵਰਨਮੈਂਟ ਨੇ ਧਿਆਨ ਹੀ ਨਹੀਂ ਕੀਤਾ ਅਜੇ ਤੱਕ ਕਿ ਅਸੀਂ ਇਹੋ ਜਿਹੇ ਕੋਈ ਸਿਸਟਮ ਲੈ ਕੇ ਆਈਏ, ਇਹਨਾਂ ਇਮੀਡੀਏਟਲੀ ਉਹਨੂੰ ਆਪਾਂ ਉੱਥੇ ਦਾ ਉੱਥੇ ਹੀ ਸੁੱਟ ਲਿਆ ਜਾਏ। ਕਿੰਨਾ ਖਰਚ ਆਉਂਦਾ ਨੈਸ਼ਨਲ ਸਿਕਿਉਰਿਟੀ ਲਈ, ਜੇ ਸਾਨੂੰ ਖਰਚਾ ਵੀ ਕਰਨਾ ਪੈਂਦਾ ਤੇ ਸਾਨੂੰ ਉਹ ਖਰਚਾ ਇਮੀਡੀਏਟਲੀ ਕਰ ਦੇਣਾ ਚਾਹੀਦਾ, ਤੇ ਇਹ ਚੀਜ਼ਾਂ ਰੋਕਣੀਆਂ ਚਾਹੀਦੀਆਂ। ਕੱਲ ਬਰਗਾੜੀ ਮੋਰਚਾ ਉੱਥੇ ਬੈਠੇ ਤੁਹਾਡੇ ਕਾਂਗਰਸ ਦੇ ਪ੍ਰਧਾਨ ਵੀ ਗਏ, ਤੇ ਉਹ ਥੋੜੇ ਨਿਰਾਸ਼ ਲੱਗਦੇ ਨੇ ਕਿ ਲੱਗਦਾ ਕਿ ਸਰਕਾਰ ਕੋਲੋਂ ਹੱਲ ਨਹੀਂ ਹੋ ਪਾਏਗਾ। ਤੁਹਾਡੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਵੀ ਨਵਜੋਤ ਸਿੰਘ ਸਿੱਧੂ ਨੇ ਕਿ ਵੀ ਮੇਰੇ ਕੋਲ ਇੱਕ ਦਿਨ ਵੀ ਤਾਕਤ, ਮੈਂ ਇੱਕ ਦਿਨ ਵਿੱਚ ਮਾਮਲਾ ਮੇਰਾ ਖਿਆਲ ਸਰਦਾਰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮੈਂ ਜਿਸ ਵੇਲੇ ਵੀ ਹਾਈ ਕਮਾਂਡ ਕਹੇਗੀ ਮੈਂ ਰਿਜ਼ਾਈਨ ਕਰਨ ਨੂੰ ਤਿਆਰ ਹਾਂ, ਔਰ ਆਪਣਾ ਅਹੁਦਾ ਸਿੱਧੂ ਸਾਹਿਬ ਨੂੰ ਦੇਣ ਨੂੰ ਵੀ ਤਿਆਰ ਹਾਂ। ਮੈਂ ਅਹੁਦਿਆਂ ਨਾਲ ਨਹੀਂ, ਮੈਂ ਪਾਰਟੀ ਨਾਲ ਹਾਂ। ਰਾਹੁਲ ਜੀ ਨੂੰ ਚਾਹੀਦਾ ਕਿ ਜੇ ਉਹ ਚੀਫ ਮਿਨਿਸਟਰ ਬਣਨਾ ਚਾਹੁੰਦੇ ਉਹਨਾਂ ਨੂੰ ਬਣਾਉਣ, ਜੇ ਹੋਮ ਮਿਨਿਸਟਰ ਵੀ ਬਣਨਾ ਚਾਹੁੰਦੇ, ਮੇਰੇ ਵੱਲੋਂ ਕੋਈ ਉਹਦੇ 'ਚ ਰੋਕ ਨਹੀਂ। ਮੈਨੂੰ ਜਿਸ ਵੇਲੇ ਹਾਈ ਕਮਾਂਡ ਕਹੇਗੀ ਮੈਂ ਵਿਦਨ ਸੈਕਿੰਡ ਰਿਜ਼ਾਈਨ ਕਰ ਦੂੰਗਾ ਕਿ ਆ ਲਓ ਜੀ, ਜਿਹਨੂੰ ਇਹ ਸੇਵਾ ਦੇਣੀ ਆ ਮਾਮਲਾ ਸੁਲਝਾਇਆ ਜਾ ਸਕਦਾ ਹੈਗਾ। ਮੈਨੂੰ ਨਹੀਂ ਪਤਾ ਜੇ ਆਪਣੇ ਕੈਪਟਨ ਸਾਹਿਬ ਕਹਿੰਦੇ ਮੈਂ 4 ਹਫ਼ਤਿਆਂ 'ਚ ਕਰ ਦਾਂਗਾ, ਤੇ ਉਹ ਕਰ ਸਕਦੇ, ਸਿੱਧੂ ਸਾਹਿਬ ਵੀ ਕਰ ਸਕਦੇ ਨੇ।
आज कांग्रेस ही है हाल हो गया, राणा सोढी भाजपा ज्वाइन कर गया, उन्होंने क्या अंदर फाइटिंग बड़ी है, एक नारा मंच तो शुरू होया भी चन्नी दी रंधावे नाल मिलदी, रंधावे दी दूसरा ਜਿਹੜੇ ਗੁਰੂ ਦੇ ਨਹੀਂ ਬਣੇ ਜਾ ਕੇ ਨਾ ਤੁਸੀਂ ਗੁਰੂ ਹਰ ਸਾਹਿਬ 'ਚ ਤੇ ਜਾਂ ਉਹਨਾਂ 'ਚ ਕਰੋ ਜਿਹੜੇ ਗੁਰੂ ਨੂੰ ਧੋਖਾ ਦੇ ਗਏ, ਤੇ ਪਾਰਟੀਆਂ ਕੀ ਜਿਹੜੀ ਛੋਟੀ ਸ਼ਬਦ ਦੇ ਅੱਗੇ ਨੇ। ਪਰ ਉਹਨਾਂ ਦਾ ਕਹਿਣਾ ਅੰਦਰ ਲੜਾਈ ਬੜੀ ਹੈ, ਜਿਵੇਂ ਉਹਨਾਂ ਨੂੰ ਪੁੱਛੋ। ਮੈਂ ਨਿਮਰਤ ਬਹੁਤੀ ਦੂਰ ਨਹੀਂ ਜਾਣਾ ਚਾਹੁੰਦਾ, ਜਿਹੜੇ ਗੁਰੂ ਦੇ ਨਹੀਂ ਬਣੇ ਤੇ ਪੰਜਾਬ ਦੇ ਕੀ ਬਣਨਗੇ। ਇਹਨੂੰ ਤੇ ਉਹ ਡਰ ਪੈ ਗਿਆ ਸੀਗਾ, ਜਿਹੜੀ ਉਹ ਲੈਂਡ ਸਕੈਮ ਇਹਨੇ ਕੀਤਾ, ਜਿਹੜੀ ਡਬਲ ਪੇਮੈਂਟ ਦੀ ਕੀਤੀ ਆ, ਜਿਹੜਾ ਕੇਸ ਚੱਲ ਰਿਹਾ, ਤੇ ਇਹਨਾਂ ਨੂੰ ਤੇ ਪਾਪ ਆਪਣੇ ਮਾਰ ਰਹੇ ਨੇ। ਉਹ ਕੇਸ ਔਰ ਮੈਂ ਇੱਕ ਤੁਹਾਨੂੰ ਵਾਅਦੇ ਨਾਲ ਕਹਿਣਾ ਕਿ ਉਹ ਸੀਟ ਜਿੱਤ ਕੇ ਆਵਾਂਗੇ। ਇਹਨੂੰ ਖਲੋਣਾ ਚਾਹੀਦਾ, ਹੁਣ ਭੱਜੇ ਨਾ ਉਹ ਸੀਟ ਤੋਂ ਸੋਢੀ। ਤੁਹਾਨੂੰ ਲੱਗਦਾ ਹੈ ਕਿ ਹੁਣ ਜਿਵੇਂ ਭਾਜਪਾ ਕੈਪਟਨ ਅਮਰਿੰਦਰ ਔਰ ਕੁਝ ਹੋਰ ਵੀ ਨਾਮ ਸੁਣਿਆ ਕਿ ਸੁਣਿਆ ਸ਼ਾਇਦ ਕੁਝ ਮੰਤਰੀ ਵੀ ਚਲੇ ਜਾਣਗੇ ਕਾਂਗਰਸ ਤੋਂ, ਤੁਹਾਨੂੰ ਲੱਗਦਾ ਕਿ ਭਾਜਪਾ ਕੋਈ ਗੱਲ ਨਹੀਂ, ਕੱਲ ਤੱਕ ਜਿਹੜੇ ਚੈਨਲ ਨੇ ਕਿਸੇ ਨੇ ਕਿਹਾ ਸਾਡੇ ਮੰਤਰੀ ਉਹਨੂੰ ਲੀਗਲ ਨੋਟਿਸ ਦੇ ਰਹੇ ਨੇ। ਸਰ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਵੀ ਆਉਣ ਵਾਲੇ ਸਮੇਂ ਵਿੱਚ ਨਸ਼ਾ ਪੰਜਾਬ ਵਿੱਚ ਚਲੋ ਖਤਮ ਨਹੀਂ ਹੋ ਸਕਦਾ, ਬਟ ਇਸ ਤਰ੍ਹਾਂ ਆ ਜਾਏ ਕਿ ਬਹੁਤ ਹੀ ਵਿਰਲਾ ਕੋਈ ਬੰਦਾ ਨਸ਼ਾ ਕਰੇ, ਜਿਸ ਤਰ੍ਹਾਂ ਜਿਹੜਾ 6ਵਾਂ ਦਰਿਆ ਵਗ ਰਿਹਾ ਉਹ ਜ਼ਰੂਰ ਥੰਮਣਾ ਚਾਹੀਦਾ ਹੈਗਾ। ਦਰਿਆ ਤੇ ਵਿਲ ਪਾਵਰ ਹੋਣੀ ਚਾਹੀਦੀ ਹੈ। ਦਰਿਆ ਜਿਹੜੇ ਨੇ ਮੋੜੇ ਜਦੋਂ ਉਹਨਾਂ ਦੇ ਵਹਿਣ ਜਿਹੜੇ ਨੇ ਬੜੀ ਟਾਈਮ ਲੱਗਦਾ, ਪਰ ਉਹਨੂੰ ਵਹਿਣਾਂ ਨੂੰ ਮੋੜਿਆ ਜਾ ਸਕਦਾ। ਇਹ ਜਿਹੜਾ ਆਪਾਂ 6ਵਾਂ ਦਰਿਆ ਕਹਿੰਦੇ, ਇਹ ਤਾਂ ਦਰਿਆ ਹੈ ਹੀ ਨਹੀਂ। ਇਹਦੇ 'ਚ ਸਾਨੂੰ ਸਖਤੀ ਕਰਨੀ ਪਏਗੀ, ਔਰ ਉਹਦੇ ਵਿੱਚ ਕੋਰਟਾਂ ਜਿਹੜੀਆਂ ਨੇ ਉਹਨਾਂ 'ਚ ਵੀ ਚਾਹੀਦਾ ਕਿ ਇਹਦਾ ਬਹੁਤ ਜਲਦੀ ਜਿਹੜੇ ਨੇ ਉਹ ਕੇਸ ਪ੍ਰਾਇਓਰਟੀ 'ਤੇ ਲੈ ਕੇ, ਤੇ ਜਿਹੜੇ ਇਹੋ ਜਿਹੇ ਲੋਕ ਨੇ ਸਖਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਕਿ ਉਹ ਸਾਰੀ ਜ਼ਿੰਦਗੀ ਬਾਹਰ ਨਾ ਨਿਕਲ ਸਕਣ।